ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਇੱਕ ਵਾਰ ਫੇਰ ਅੱਜ ਅਸੀਂ ਇੱਕ ਨਵਾਂ ਮੁੱਦਾ ਲੈ ਕੇ ਹਾਜ਼ਰ ਹੋ ਗਏ ਹਾਂ ਤੇ ਇਸ ਮੁੱਦੇ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਅਜੀਤ ਸਮਾਚਾਰ ਤੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਜੀ। ਸੋ ਤੁਹਾਡਾ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਮਿਹਰਬਾਨੀ ਜੀ। ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਅਮਰੀਕਾ ਦੇ ਵਿੱਚ ਜੋ ਚੋਣਾਂ ਚੱਲ ਰਹੀਆਂ ਨੇ ਰਾਸ਼ਟਰਪਤੀ ਅਹੁਦੇ ਨੂੰ ਲੈ ਕੇ, ਭਾਵੇਂ ਸਿਰਫ ਜਿਹੜੀਆਂ ਚੋਣਾਂ ਨੇ ਅਮਰੀਕਾ ਵਿੱਚ ਚੱਲ ਰਹੀਆਂ ਨੇ, ਪਰ ਉਸ ਦੀ ਜਿਹੜੀ ਨਿਗਾਹ ਵਾ ਅਮਰੀਕਾ ਦੇ ਨਾਲ ਪੂਰੇ ਦੁਨੀਆ ਦੀ ਜਿਹੜੀ ਨਿਗਾਹ ਹੈ ਉਸ ਚੋਣਾਂ ਨੂੰ ਲੈ ਕੇ ਆ। ਉਸ ਦਾ ਸਭ ਤੋਂ ਪਹਿਲਾਂ ਤਾਂ ਪੁੱਛਦੇ ਕਿ ਕਾਰਨ ਕੀ ਐਸਾ ਵੱਡਾ ਕਿ ਹਾਂ ਵੀ ਪੂਰਾ ਦੁਨੀਆ ਦੇਖ ਰਿਹਾ ਕਿ ਹਾਂ ਵੀ ਕੌਣ ਜਿੱਤੇਗਾ, ਡੋਨਲਡ ਟਰੰਪ ਜਾਂ ਫਿਰ ਜੋ ਬਾਈਡਨ? ਦੇਖੋ, ਇਸ ਤਰ੍ਹਾਂ ਹੈਗਾ ਕਿ ਅਮਰੀਕੀ ਜਿਹੜਾ ਪ੍ਰਸ਼ਾਸਨ ਹੈ ਨਾ ਜੀ, ਹਿੰਦੁਸਤਾਨ ਹੀ ਨਹੀਂ ਇਕੱਲਾ ਪੂਰੀ ਦੁਨੀਆ ਦੇ ਵਿੱਚ ਅਮਰੀਕਾ ਨੂੰ ਦੁਨੀਆ ਦਾ ਥਾਣੇਦਾਰ ਕਿਹਾ ਜਾਂਦਾ ਹੈਗਾ। ਬਿਲਕੁਲ। ਥਾਣੇਦਾਰ ਦਾ ਮਤਲਬ ਹੈ ਕਿ ਕਿੱਦਾਂ ਸਿਸਟਮ ਚੱਲਣੇ ਹੈ, ਕਿੱਦਾਂ ਸਾਰਾ ਪ੍ਰਬੰਧ ਚਲਾਉਣਾ ਹੈ, ਉਹਦਾ ਅਮਰੀਕਾ ਦਾ ਸਭ ਤੋਂ ਅਹਿਮ ਰੋਲ ਹੁੰਦਾ ਵਿੱਚ ਜੀ। ਹੁਣ ਭਾਵੇਂ ਕਈ ਹਿੱਸਿਆਂ 'ਚ ਵੰਡੀ ਗਈ ਦੁਨੀਆ, ਪਹਿਲਾਂ ਰੂਸ ਅਮਰੀਕਾ ਦੋ ਮਹਾਸ਼ਕਤੀਆਂ ਸੀ, ਹੁਣ ਤੀਜੀ ਧਿਰ ਵੀ ਸਾਹਮਣੇ ਆ ਗਈ ਹੈ, ਚੀਨ ਜੀ। ਨਾਲ ਦੀ ਨਾਲ ਯੂਰਪੀਅਨ ਮੁਲਕ ਵੀ ਇੱਕ ਯੂਨੀਅਨ ਬਣਾ ਕੇ ਬਰਾਬਰ ਭਿੜਦੇ ਹੈ। ਬਿਲਕੁਲ। ਪਰ ਫਿਰ ਵੀ ਅਮਰੀਕਾ ਇੱਕ ਮਹਾਸ਼ਕਤੀ ਦੇ ਤੌਰ 'ਤੇ ਦੁਨੀਆ ਦੀਆਂ ਆਰਥਿਕ, ਰਾਜਨੀਤਿਕ ਅਤੇ ਫੌਜੀ ਰਣਨੀਤੀਆਂ ਦਾ ਪੇਚ ਘੜਨ ਨੂੰ ਪ੍ਰਭਾਵਿਤ ਕਰਦੀ ਹੈ ਡੂੰਘੇ ਰੂਪ ਵਿੱਚ ਜੀ। ਇਹੀ ਕਾਰਨ ਹੈ ਕਿ ਜਦੋਂ ਕਦੇ ਵੀ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਹੁੰਦੀ ਆ ਤਾਂ ਦੁਨੀਆ ਸਾਰੀ ਦੀਆਂ ਅੱਖਾਂ ਉੱਥੇ ਲੱਗੀਆਂ ਹੁੰਦੀਆਂ ਨੇ। ਬਿਲਕੁਲ। ਉਹਦਾ ਮਤਲਬ ਹੈ ਕਿ ਅਗਲਾ ਪ੍ਰੈਜ਼ੀਡੈਂਟ ਜਿਹੜਾ ਵੀ ਬਣਦਾ ਕੋਈ ਰਾਸ਼ਟਰਪਤੀ ਅਮਰੀਕਾ ਦਾ ਜੀ, ਉਹ ਕਿਹੜੀਆਂ ਆਰਥਿਕ ਨੀਤੀਆਂ ਬਣਾਉਂਦਾ ਹੈ ਜੀ, ਕਿੰਨਾ ਮੁਲਕਾਂ ਨਾਲ ਆਪਣੇ ਸੰਬੰਧ ਸੁਧਾਰ ਨੂੰ ਤਰਜੀਹ ਦੇਊਗਾ ਜੀ, ਜਾਂ ਕਿਸ ਤਰ੍ਹਾਂ ਦੀ ਉਹ ਪਾਲਿਸੀ ਬਣਾਊ ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਫੌਜੀ ਅਤੇ ਯੁੱਧ ਨੀਤਕ, ਆਰਥਿਕ ਅਤੇ ਰਾਜਨੀਤਿਕ ਖੇਤਰ 'ਚ ਕੀ ਤਬਦੀਲੀਆਂ ਆਉਣਗੀਆਂ। ਇਹ 'ਤੇ ਬੜਾ ਵੱਡਾ ਇੱਕ ਚਰਚਾ ਹੁੰਦੀ ਹੈ, ਇਸ 'ਤੇ ਬੜੀ ਵੱਡੀ ਇੱਕ ਬਹਿਸ ਮੈਸੇਜ ਚੱਲਦੇ ਹੈ ਅਤੇ ਉਹ ਅੱਜ ਪੂਰੀ ਦੁਨੀਆ ਦੇ ਵਿੱਚ ਚੱਲ ਰਹੇ ਹੈਗੇ ਜੀ। ਅੱਜ ਵੀ ਸਾਰੇ ਮੁਲਕ ਦੇਖ ਰਿਹਾ, ਮੁਲਕਾਂ ਦੀਆਂ ਸਰਕਾਰਾਂ ਵੇਖ ਰਹੀਆਂ ਕਿ ਅਮਰੀਕਾ 'ਚ ਜਿਹੜੀ ਤਬਦੀਲੀ ਹੋਣ ਜਾ ਰਹੀ ਹੈ ਉਸ ਨਾਲ ਜੇ ਪਹਿਲਾ ਰਾਸ਼ਟਰਪਤੀ ਮੁੜ ਆਉਂਦਾ ਤਾਂ ਉਹ ਪਹਿਲੇ 'ਚ ਕੋਈ ਅੰਤਰ ਪਾਊਗਾ ਨਹੀਂ ਪਾਊਗਾ ਜੀ, ਜਾਂ ਨਵਾਂ ਰਾਸ਼ਟਰਪਤੀ ਚੁਣ ਕੇ ਆਉਂਦਾ ਹੈ ਕੀ ਉਹ ਪਹਿਲੀਆਂ ਰਾਸ਼ਟਰਪਤੀ ਵੱਲੋਂ ਜਾਰੀ ਨੀਤੀਆਂ ਨੂੰ ਜੀ ਕਾਇਮ ਰੱਖੂਗਾ ਜਾਂ ਨਵੀਆਂ ਤਬਦੀਲੀਆਂ ਕਰਕੇ ਨਵੇਂ ਢੰਗ ਨਾਲ ਲਾਗੂ ਕਰੂਗਾ ਜੀ। ਇਹ ਸਾਰਾ ਕੁਝ ਜਿਹੜਾ ਨਾ ਉਹ ਬੜੀ ਬਰੀਕੀ ਨਾਲ ਅਮਰੀਕਾ ਦੇ ਅੰਦਰ ਵੀ ਅਤੇ ਬਾਹਰ ਵੀ ਵਿਚਾਰਿਆ ਜਾਂਦਾ ਅਤੇ ਇਸ ਦੌਲੇ ਬਹਿਸਾਂ ਹੁੰਦੀਆਂ, ਲੋਕ ਇਸ 'ਤੇ ਸਾਰੀ ਨਿਗਾਹ ਰੱਖ ਰਹੇ ਹੁੰਦੇ ਅਤੇ ਇਸ ਵੇਲੇ ਵੀ ਇਹੀ ਹਾਲਤ ਬਣੀ ਹੋਈ ਹੈ। ਸਰ, ਜਿਹੜੇ ਰਾਸ਼ਟਰਪਤੀ ਜਿਹੜੇ ਚੁਣਾਵ ਚੱਲ ਰਹੇ ਨੇ, ਚਾਹੇ ਓਪੋਜੀਸ਼ਨ ਹੈ ਚਾਹੇ ਜਿਹੜੇ ਰੂਲਿੰਗ ਪਾਰਟੀ ਹੈ, ਇਸ ਵਕਤ ਕਿਹੜੇ ਮੁੱਦਿਆਂ ਨੂੰ ਲੈ ਕੇ ਉਹ ਲੋਕਾਂ ਨੂੰ ਆਪਣੀ ਵੋਟ ਪਾਉਣ ਨੂੰ ਕਹਿ ਰਹੇ ਨੇ? ਦੇਖੋ, ਇਸ ਤਰ੍ਹਾਂ ਹੈਗਾ ਕਿ ਰਾਸ਼ਟਰਪਤੀ ਦੀ ਅਮਰੀਕਾ ਦੀ ਚੋਣ ਦਾ ਆਖਰੀ ਦਿਨ 3 ਨਵੰਬਰ ਹੈ ਜੀ। ਪਹਿਲੀ ਤਾਂ ਦੱਸਦੀ ਹੈ ਕਿ ਭਾਰਤ ਜਾਂ ਦੂਜੇ ਮੁਲਕਾਂ ਵਾਂਗ ਨਹੀਂ, ਅਮਰੀਕਾ ਦੇ ਵਿੱਚ ਪੂਰਾ 1 ਮਹੀਨਾ ਵੋਟਾਂ ਪੈਣ ਦਾ ਕੰਮ ਚੱਲਦਾ ਰਹਿੰਦਾ ਹੈਗਾ ਜੀ। ਅਮਰੀਕਾ 'ਚ ਵੋਟਾਂ ਪੈਣ ਦਾ ਸਿਲਸਿਲਾ 3 ਅਕਤੂਬਰ ਤੋਂ ਸ਼ੁਰੂ ਹੋ ਚੁੱਕਿਆ ਜੀ ਅਤੇ 3 ਨਵੰਬਰ ਨੂੰ ਖਤਮ ਹੋਣਾ ਹੈਗਾ। ਅਤੇ ਇਸ ਵੇਲੇ ਹੀ ਕਹਿ ਸਕਦੇ ਹਾਂ ਕਿ ਅਮਰੀਕਾ ਦੇ ਅੰਦਰ ਜਿਹੜਾ ਉਹ ਵੋਟ ਭੁਗਤਣ ਦਾ ਕੰਮ ਹੈ ਉਹ ਪੂਰੇ ਜ਼ੋਰੋ ਸ਼ੋਰ ਨਾਲ ਚੱਲ ਰਿਹਾ ਹੈਗਾ ਜੀ। ਜਾਂ ਇਹ ਆਖਰੀ ਪੜਾਅ ਹੈ ਜਿੱਥੇ ਲੋਕਾਂ ਨੇ ਆਪਣੀ ਵੋਟ ਦਾ ਹੱਕ ਦਾ ਇਸਤੇਮਾਲ ਕਰਨਾ ਜੀ। ਅਤੇ 2 ਉਮੀਦਵਾਰ, ਕਿਉਂਕਿ ਅਮਰੀਕਾ ਦੇ ਵਿੱਚ 2 ਪਾਰਟੀ ਪ੍ਰਣਾਲੀ ਹੈ, ਉੱਥੇ 3 ਜਾਂ 4 ਉਮੀਦਵਾਰ ਨਹੀਂ ਖੜ੍ਹੇ ਹੋ ਸਕਦੇ, ਸਿਰਫ 2 ਹੀ ਭਿੜਦੇ ਇੱਕ ਦੂਜੇ ਨਾਲ। ਇੱਕ ਪਾਸੇ ਡੈਮੋਕ੍ਰੈਟਿਕ ਪਾਰਟੀ ਹੈ ਅਤੇ ਦੂਸਰੇ ਪਾਸੇ ਜਿਹੜਾ ਰੂਲਿੰਗ ਰਿਪਬਲਿਕਨ ਪਾਰਟੀ ਦਾ ਹੈਗਾ। ਡੈਮੋਕ੍ਰੈਟਿਕ ਪਾਰਟੀ ਵੱਲੋਂ ਜੋ ਬਾਈਡਨ ਇਸ ਵੇਲੇ ਰਾਸ਼ਟਰਪਤੀ ਦੇ ਉਮੀਦਵਾਰ ਦੀ ਦੌੜ ਦੇ ਵਿੱਚ ਹੈਗੇ ਜੀ, ਜਦੋਂ ਕਿ ਰਿਪਬਲਿਕਨਾਂ ਵੱਲੋਂ ਜਿਹੜਾ ਉਹ ਪਹਿਲੇ ਰਾਸ਼ਟਰਪਤੀ ਡੋਨਲਡ ਟਰੰਪ ਇਸ ਵੇਲੇ ਵੀ ਕਿਸਮਤ ਅਜਮਾ ਰਹੇ ਹੈਗੇ ਜੀ। ਹੁਣ ਇਹਨਾਂ ਦੋਹਾਂ ਦੇ ਵਿਚਕਾਰ ਇੱਕ ਤਾਂ ਅਮਰੀਕਾ ਦੇ ਵਿੱਚ ਇੱਕ ਖਾਸ ਰਵਾਇਤ ਹੈ, ਜਦੋਂ ਵੀ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਤਾਂ ਉੱਥੇ 3 ਜਨਤਕ ਬਹਿਸਾਂ ਹੁੰਦੀਆਂ ਗਈਆਂ ਜੀ ਜੀ, ਜਿਹਨੂੰ ਰਾਸ਼ਟਰਪਤੀ ਚੋਣ ਬਹਿਸ ਦੇ ਨਾਲ ਜਾਣਿਆ ਜਾਂਦਾ ਹੈਗਾ ਜੀ। ਇਹ ਬੜੀ ਵੱਡੀ ਰਵਾਇਤ ਹੈ। ਹਾਲਾਂਕਿ ਇਸ ਵੇਲੇ ਅਮਰੀਕਾ 'ਚ ਇਕੱਲੇ ਰਾਸ਼ਟਰਪਤੀ ਦੀ ਚੋਣ ਨਹੀਂ ਹੋ ਰਹੀ, ਉੱਥੇ ਰਾਸ਼ਟਰਪਤੀ ਦੀ ਅਹੁਦੇ ਦੀ ਚੋਣ ਹੋ ਰਹੀ ਹੈ, ਉੱਥੇ ਕਾਂਗਰਸ ਮੈਂਬਰਾਂ ਦੀ ਵੀ ਹੋ ਰਹੀ ਹੈ, ਉੱਥੇ ਸੂਬਾਈ ਜਿਹੜੇ ਮੈਂਬਰ ਹੈ ਉਹਨਾਂ ਦੀ ਵੀ, ਫਿਰ ਮੇਅਰ ਹੈ ਵੱਖ-ਵੱਖ ਜਿਹੜੇ ਸਿਟੀਜ਼ ਦੇ ਉਹਨਾਂ ਦੀ ਵੀ ਚੋਣ ਹੋ ਰਹੀ ਹੈ। ਇਸ ਤਰ੍ਹਾਂ ਹੋਰ ਬਹੁਤ ਸਾਰੇ ਵਿਦਿਅਕ ਅਤੇ ਹੋਰ ਅਦਾਰੇ ਹੈ ਉਹਨਾਂ ਦੇ ਮੁਖੀਆਂ ਦੀ ਵੀ ਚੋਣ ਹੋ ਰਹੀ ਹੈ ਜੀ। ਇਸ ਤਰ੍ਹਾਂ ਵੋਟਾਂ ਦਾ ਜਿਹੜਾ ਉੱਥੇ ਇੱਕ ਦਿੱਤਾ ਜਾਂਦਾ ਨਾ ਬੈਲਟ ਪੇਪਰ ਜੀ, ਉਹ ਬਹੁਤ ਲੰਬਾ ਹੁੰਦਾ ਹੈਗਾ ਜੀ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਤੁਸੀਂ ਉਮੀਦਵਾਰ ਦੀ ਚੋਣ ਕਰਨੀ ਹੁੰਦੀ ਹੈ ਔਰ ਇੱਕੋ ਵਿਅਕਤੀ ਉਹ ਇੱਕੋ ਸਮੇਂ ਸਾਰਿਆਂ ਨੂੰ ਵੋਟ ਪਾਉਂਦਾ ਹੈਗਾ ਜੀ। ਇਹ ਉੱਥੇ ਅਮਰੀਕਾ ਦਾ ਸਿਸਟਮ ਦਾ ਵੋਟ ਪਾਉਣ ਦਾ ਤਰੀਕਾ ਹੈ ਜੀ।
ਤੇ ਇਸ ਵੇਲੇ ਇਹ ਵੋਟਾਂ ਦਾ ਜਿਹੜਾ ਚਰਚਾ ਹੈਗੀ, ਬਹਿਸ ਵਟਾਂਦਰਾ, ਉਹ ਬੜਾ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ ਤੇ ਵੋਟ ਲੋਕ ਭੁਗਤਾਉਣ ਆ ਰਹੇ ਨੇ ਜੀ। ਜੇ ਅਸੀਂ ਨਜ਼ਰ ਮਾਰੀਏ ਥੋੜ੍ਹੀ ਜਿਹੀ ਕਿ ਜਿਹੜੀਆਂ 3 ਬਹਿਸਾਂ ਹੋਈਆਂ ਸੀ ਐਤਕੀ, ਉਹ ਤਿੰਨੇ ਬਹੁਤੀਆਂ ਕਾਮਯਾਬ ਨਹੀਂ ਰਹੀਆਂ ਹੋਈਆਂ ਜੀ। ਕਿਉਂਕਿ ਅਸੀਂ ਪਿਛਲੀਆਂ ਰਾਸ਼ਟਰਪਤੀ ਚੋਣਾਂ ਨੂੰ ਵੇਖਦੇ ਰਹੇ ਹਾਂ ਕਿ ਉਹਦੇ 'ਚ ਬਹੁਤ ਅਹਿਮ ਕੌਮਾਂਤਰੀ ਅਤੇ ਕੌਮੀ ਮੁੱਦੇ ਉੱਠਦੇ ਰਹੇ ਹੈ। ਜਿਵੇਂ ਬਰਾਕ ਓਬਾਮਾ ਦੀ ਪਹਿਲੀ ਜਿਹੜੀ ਇਲੈਕਸ਼ਨ ਸੀਗੀ ਜੀ, ਉਹਦੇ 'ਚ ਜਿੱਥੇ ਇਰਾਕ ਦਾ ਅਤੇ ਹੋਰਨਾਂ ਮੁਲਕਾਂ ਦੇ ਵਿੱਚ ਖਾਸ ਤੌਰ 'ਤੇ ਮੱਧ ਪੂਰਬ 'ਚ ਕਿ ਲੜਾਈ ਦੇ ਕੀ ਅਸਾਰ ਹੈ, ਉਹਨੂੰ ਕਿਵੇਂ ਟੈਕਲ ਕਰਨਾ, ਇਹ ਇਸ਼ੂ ਬੜਾ ਮਗਿਆ ਹੋਇਆ ਸੀ, ਭਖਿਆ ਹੋਇਆ ਸੀ। ਉਸੇ ਤਰ੍ਹਾਂ ਅਮਰੀਕੀ ਜਿਹੜੀ ਆਰਥਿਕ ਵਿਵਸਥਾ ਹੈ, ਅਮਰੀਕੀ ਇਕਨੋਮਿਕਸ ਹੈ, ਉਹ ਇਕੋਨਮੀ ਨੂੰ ਕਿਵੇਂ ਪੈਰਾਂ ਸਿਰ ਖੜ੍ਹਾ ਕਰਨਾ ਹੈ, ਕਿਵੇਂ ਅੱਗੇ ਤੋਰਨਾ ਹੈ ਜੀ, ਔਰ ਖ਼ਾਸ ਤੌਰ ਲੋਕਾਂ ਦਾ ਹੈਲਥ ਦਾ, ਐਜੂਕੇਸ਼ਨ ਦਾ, ਜਾਂ ਜਿਹਨੂੰ ਅਸੀਂ ਜੇ ਪੰਜਾਬੀ 'ਚ ਸਿੱਧੇ ਪਾਸੇ ਕਹਿਣਾ ਹੋਵੇ ਵੀ ਲੋਕ ਭਲਾਈ ਵਾਲੇ ਕੰਮ ਹੈ, ਉਹਨਾਂ ਨੂੰ ਕਿਸ ਤਰ੍ਹਾਂ ਤਰਜੀਹ ਦੇਣੀ ਹੈ ਅਤੇ ਕਿਵੇਂ ਅੱਗੇ ਵਧਾਉਣਾ ਹੈ। ਇਹ ਮੁੱਦੇ ਬੜੇ ਫੋਕਸ ਹੋਏ ਸੀਗੇ, ਇਹਦੇ 'ਤੇ ਬੜੀਆਂ ਵੱਡੀਆਂ ਡਿਬੇਟਸ ਹੋਈਆਂ। ਪਰ ਇਸ ਪੱਖੋਂ ਜੇ ਦੇਖਿਆ ਜਾਵੇ, ਜੋ ਇਹ ਚੋਣ ਹੋ ਰਹੀ ਹੈ ਬਾਈਡਨ ਅਤੇ ਟਰੰਪ ਦੇ ਵਿਚਕਾਰ, ਇਹ 'ਚ ਪਹਿਲੀ ਗੱਲ ਤਾਂ ਇਹ ਹੈ ਕਿ ਇਹ 'ਚ ਕੋਈ ਕੌਮੀ ਅਤੇ ਕੌਮਾਂਤਰੀ ਮੁੱਦੇ ਬਹੁਤੇ ਅਹਿਮ ਹੋਏ ਹੀ ਨਹੀਂ ਹੈਗੇ। ਬਿਲਕੁਲ। ਹਾਲਾਂਕਿ ਇਸ ਵੇਲੇ ਅਫਗਾਨਿਸਤਾਨ 'ਚੋਂ ਫੌਜਾਂ ਕੱਢਣ ਦਾ ਮਾਮਲਾ ਬੜਾ ਅਹਿਮ ਇਸ਼ੂ ਹੈਗਾ ਜੀ। ਇਸ ਤਰ੍ਹਾਂ ਮੱਧ ਪੂਰਬ ਵਿੱਚ ਵੀ ਜਿਹੜੀ ਠੰਡੀ ਜੰਗ ਚੱਲ ਰਹੀ ਹੈ, ਉਹਨੂੰ ਕਿਵੇਂ ਸਮਾਪਤ ਕਰਨਾ ਹੈ ਜਾਂ ਅਮਰੀਕਾ ਉਹਦੇ 'ਚ ਕਿਵੇਂ ਐਂਟਰ ਕਰੂਗਾ, ਇਹ ਬੜਾ ਅਹਿਮ ਮੁੱਦਾ ਹੈਗਾ। ਸਭ ਤੋਂ ਅਹਿਮ ਗੱਲ ਉਹ ਹੈਗੀ ਸੀ ਕਿ ਜਿਵੇਂ ਚੀਨ ਨੂੰ ਘੇਰਾਬੰਦੀ ਕਰਨ ਦੀ ਟਰੰਪ ਨੇ ਇੱਕ ਯੋਜਨਾਬੰਦੀ ਬਣਾਈ ਸੀ ਕੋਰੋਨਾ ਵਾਇਰਸ ਦੇ ਦੌਰ 'ਚ ਜੀ। ਉਹਨੇ ਕਿਹਾ ਸੀ ਕਿ ਜਿਹੜੀ ਕਰੋਨਾ ਵਾਇਰਸ ਹੈ ਨਾ, ਇਹ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਫੈਲਾਈ ਹੈ, ਚੀਨ ਨੇ ਜੀ। ਇਹ ਦੋਸ਼ ਲਾ ਕੇ ਉਹਨੇ ਜਿੱਥੇ ਚੀਨ ਨਾਲ ਬੜਾ ਵੱਡਾ ਇੱਕ ਵਿਰੋਧ ਕੀਤਾ, ਟਕਰਾਅ ਵਾਲੀ ਹਾਲਤ ਬਣਾਈ, ਉੱਥੇ ਨਾਲ ਦੀ ਨਾਲ ਹੀ ਜਿਹੜੀ WHO ਵਰਲਡ ਹੈਲਥ ਆਰਗੇਨਾਈਜੇਸ਼ਨ, ਜਿਹੜੀ ਲੰਬੇ ਸਮੇਂ ਤੋਂ ਅਮਰੀਕੀ ਪ੍ਰਭਾਵ ਹੇਠ ਕੰਮ ਕਰਦੀ ਆ ਰਹੀ ਸੀ ਜੀ ਜੀ, ਜਾਂ ਇਹ ਵੀ ਕਿਹਾ ਜਾਂਦਾ ਰਿਹਾ ਕਿ ਬੜੀਆਂ ਵੱਡੀਆਂ ਅਮਰੀਕਨ ਦਵਾਈ ਕੰਪਨੀਆਂ ਜਾਇੰਟ ਜਿਹੜੀਆਂ, ਉਹ WHO ਰਾਹੀਂ ਪੂਰੀ ਵਰਲਡ 'ਚ ਜਿਹੜੀ ਮੈਡੀਸਨ ਦੇ ਉੱਤੇ ਆਪਣੀ ਸਰਦਾਰੀ ਕਾਇਮ ਰੱਖ ਰਹੀਆਂ ਸੀ ਜੀ। ਤਾਂ ਟਰੰਪ ਨੇ ਉਹਦੇ ਨਾਲ ਇੰਨੀ ਵਿਗਾੜ ਲਈ ਕਿ ਇਸ ਵੇਲੇ ਟਰੰਪ ਜਿਹੜੀ WHO ਦਾ ਮੈਂਬਰ ਵੀ ਨਹੀਂ ਹੈਗਾ, ਉਹਦੇ ਵਿੱਚ ਹੈ ਹੀ ਨਹੀਂ ਗਾ। ਬਿਲਕੁਲ। ਉਹਨੂੰ ਸਹਾਇਤਾ ਵੀ ਦੇਣੀ ਬੰਦ ਕਰਤੀ, ਉਹਦੇ ਨਾਲ ਹਰ ਤਰ੍ਹਾਂ ਦੇ ਸੰਬੰਧ ਤੋੜ ਲਏ ਗਏ ਜੀ। ਹੁਣ ਇਹਦੇ ਨਾਲ ਕੀ ਹੋਇਆ, ਇਸ ਤੋਂ ਬਾਅਦ ਕਰੋਨਾ ਦੇ ਜ਼ਮਾਨੇ 'ਚ ਹੀ ਫਿਰ ਟਰੰਪ ਨੇ ਇੱਕ ਯੋਜਨਾ ਘੜੀ ਕਿ ਜੀ ਅਸੀਂ ਚੀਨ ਨੂੰ ਘੇਰਨਾ, ਚੀਨ ਦੀ ਘੇਰਾਬੰਦੀ ਕਰਨੀ ਹੈ। ਉਹਨੇ ਉਹਦੇ 'ਚ ਜਾਪਾਨ ਨੂੰ, ਹਿੰਦੁਸਤਾਨ ਨੂੰ ਅਤੇ ਯੂਰਪੀਅਨ ਮੁਲਕ ਜਿਹੜੇ ਉਹਨਾਂ ਨੂੰ ਨਾਲ ਜੋੜ ਕੇ ਕੌਮਾਂਤਰੀ ਪੱਧਰ 'ਤੇ ਇੱਕ ਇਹੋ ਜਿਹਾ ਸਟ੍ਰੈਟਜੀ ਬਣਾਉਣ ਦਾ ਯਤਨ ਕੀਤਾ ਵੀ ਜਿਹਦੇ ਨਾਲ ਜਿਹੜਾ ਉਹ ਚੀਨ ਨੂੰ ਆਈਸੋਲੇਟ ਕੀਤਾ ਜਾ ਸਕੇ ਔਰ ਇਹਦੇ ਰਾਹੀਂ ਜਿਹੜਾ ਚੀਨੀ ਕੰਪਨੀ ਦਾ ਬਾਈਕਾਟ ਹੋਵੇ ਔਰ ਜਿਹੜੀਆਂ ਬਾਹਰਲੇ ਦੇਸ਼ਾਂ ਦੀਆਂ ਕੰਪਨੀਆਂ ਚੀਨ 'ਚ ਜਾ ਕੇ ਕੰਮ ਕਰ ਰਹੀਆਂ, ਉਹਨਾਂ ਨੂੰ ਕੱਢ ਕੇ ਉੱਥੋਂ ਉਹ ਭਾਰਤ 'ਚ, ਜਾਪਾਨ 'ਚ ਜਾਂ ਹੋਰ ਮੁਲਕਾਂ ਦੇ ਵਿੱਚ ਉਹ ਸਥਾਪਿਤ ਕੀਤਾ ਜਾਵੇ, ਤਾਂ ਕਿ ਚੀਨ ਦਾ ਵੱਧ ਰਿਹਾ ਜਿਹੜਾ ਪਸਾਰਾ ਹੈ ਜੀ, ਦੁਨੀਆ ਦੀ ਇਕਨੋਮੀ 'ਚ ਜਿਹੜਾ ਛਾ ਰਿਹਾ ਉਹਨੂੰ ਖਤਮ ਕੀਤਾ ਜਾ ਸਕੇ। ਪਰ ਟਰੰਪ ਇਹਦੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਗਿਆ, ਕਿਉਂਕਿ ਨਾ ਤਾਂ ਚੀਨ ਦੇ ਵਿੱਚ ਬਹੁਤੀਆਂ ਕੰਪਨੀਆਂ ਬਾਹਰ ਨਿਕਲ ਸਕੀਆਂ, ਨਾ ਵਿਦੇਸ਼ੀ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਚੀਨ ਨੂੰ ਸਭ ਤੋੜ ਕੇ ਭਾਰਤ ਜਾਂ ਜਾਪਾਨ 'ਚ ਆਉਣ ਨੂੰ ਕੋਈ ਖਾਸ ਹੁੰਗਾਰਾ ਦਿੱਤਾ ਹੈਗਾ। ਠੀਕ ਹੈ, ਮੁੱਢਲੇ ਰੂਪ ਥੋੜ੍ਹਾ ਬਹੁਤ ਹਿਲਜੁਲ ਹੋਈ ਹੈ, ਪਰ ਕੋਈ ਵੱਡੀ ਮੇਜਰ ਚੇਂਜ ਨਹੀਂ ਹੋਈ ਹੈਗੀ। ਹੁਣ ਇਹਦਾ ਸਿੱਟਾ ਕੀ ਨਿਕਲਿਆ ਕਿ ਜੋ ਹਮਲਾਵਰ ਰੁਖ ਟਰੰਪ ਨੇ ਸ਼ੁਰੂ ਦੇ ਦਿਨਾਂ 'ਚ ਅਪਣਾਇਆ ਸੀ, ਉਹ ਅੱਗੇ ਨਾ ਵਧਣ ਕਰਕੇ ਟਰੰਪ ਨੂੰ ਇਹ ਚੋਣਾਂ ਦੇ ਵਿੱਚ ਪਿੱਛੇ ਹਟਣਾ ਪਿਆ। ਹੁਣ ਕਹਿ ਸਕਦੇ ਅਸੀਂ ਕਿ ਇਹ ਚੋਣਾਂ ਦੇ ਵਿੱਚ ਚੀਨ ਦੀ ਘੇਰਾਬੰਦੀ ਕਰਨ ਦਾ ਉਹ ਮੁੱਦਾ ਹੀ ਖਤਮ ਕਰ ਬੈਠਾ ਜੀ, ਉਹ ਮੁੱਦਾ ਹੀ ਨਹੀਂ ਬਣਾ ਸਕਿਆ। ਹਾਲਾਂਕਿ ਇਹ ਬੜਾ ਵੱਡਾ ਮੁੱਦਾ ਸੀ। ਦੂਸਰੀ ਗੱਲ, ਟਰੰਪ ਨੇ ਬੜਾ ਲਗਾਤਾਰ ਯਤਨ ਕੀਤਾ ਕਿ ਅਮਰੀਕੀਆਂ ਦਾ ਅਤੇ ਉੱਥੇ ਜਿਹੜੇ ਇਮੀਗ੍ਰੈਂਟਸ ਹੈ ਉਹਨਾਂ ਪ੍ਰਤੀ ਸਖਤੀਆਂ ਵਰਤੋ, ਜਿਵੇਂ H1B ਵੀਜ਼ਾ ਜਿਹੜਾ ਉਸ 'ਤੇ ਪਾਬੰਦੀਆਂ ਲਾਈਆਂ, ਸਖਤੀ ਦੇ ਕੀ ਫੈਸਲੇ ਕੀਤੇ। ਇਸੇ ਤਰ੍ਹਾਂ ਹੋਰ ਇਮੀਗ੍ਰੈਂਟਸ ਬਾਰੇ ਬਹੁਤ ਸਾਰੇ ਫੈਸਲੇ ਹੋਏ, ਪਰ ਇਹ ਇੱਕ ਬੜੀ ਵੱਡੀ ਭਵਿੰਡਣ ਹੀ ਹੈ ਇੱਕ ਉਸ ਦੀ ਕਿ ਟਰੰਪ ਵੱਲੋਂ ਬਹੁਤ ਸਾਰੇ ਅਜਿਹੇ ਫੈਸਲੇ ਕੀਤੇ ਜਿਹੜੇ ਉਹ ਜਾਂ ਤਾਂ ਉਸ ਦੀਆਂ ਅਦਾਲਤਾਂ ਨੇ ਜਾਂ ਉੱਥੋਂ ਦੇ ਕਾਂਗਰਸ ਨੇ ਜਾਂ ਵੱਖ-ਵੱਖ ਰਾਜਾਂ ਦੇ ਗਵਰਨਰਾਂ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ, ਸਗੋਂ ਰੱਦ ਕਰ ਦਿੱਤਾ ਜੀ।
ਹੁਣ ਇਸ ਨਾਲ ਕੀ ਹੋਇਆ, ਇਸ ਨਾਲ ਟਰੰਪ ਪ੍ਰਸ਼ਾਸਨ ਦੀ ਅਥਾਰਟੀ ਜਿਹੜੀ ਉਹ ਬਹੁਤ ਬੁਰੀ ਤਰ੍ਹਾਂ ਇਰੋਡ ਹੋਈ। ਖਾਸ ਤੌਰ 'ਤੇ ਜਿਵੇਂ ਇਹਨੇ ਇੱਕ ਬੜਾ ਵੱਡਾ ਸਲੋਗਨ ਦਿੱਤਾ ਸੀ ਕਿ ਅਸੀਂ ਮੈਕਸੀਕੋ ਕੰਧ ਉਸਾਰਨੀ ਹੈ ਅਰਬਾਂ ਡਾਲਰ ਲਾ ਕੇ। ਹੁਣ ਉਹਦੇ ਲਈ ਫੰਡ ਮਨਜ਼ੂਰ ਕਰਨ ਦੀ ਕਾਂਗਰਸ ਨੇ ਪ੍ਰਵਾਨਗੀ ਨਹੀਂ ਦਿੱਤੀ, ਉਹ ਫੈਸਲਾ ਧਰਾ ਰਹਿ ਗਿਆ। ਹੁਣ ਉਸ ਨਾਲ ਕੀ ਹੋਇਆ, ਜਿਹੜਾ ਇਹ ਇੱਕ ਫੋਬੀਆ ਖੜਾ ਕਰਨਾ ਚਾਹੁੰਦੇ ਸੀ ਕਿ ਅਮਰੀਕਾ ਅਮਰੀਕੀਆਂ ਦਾ, ਉਹ ਨਹੀਂ ਬਣਾ ਸਕਿਆ ਹੈਗਾ। ਉਹਦੇ ਨਾਲ ਕੀ ਹੋਇਆ ਕਿ ਅਮਰੀਕਾ ਵਾਸੀ ਜਿਹੜੇ ਕਰੀਏ ਮੂਲ ਨਿਵਾਸੀ ਤਾਂ ਉੱਥੇ ਵੈਸੇ ਹੈ ਨਹੀਂ, ਪਰ ਜਿਹੜੇ ਫਿਰ ਵੀ ਜਿਹੜੀ ਗੁਰੀ ਵਸੋਂ ਹੈ ਉਹਨੂੰ ਜਿੰਨਾ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਸੀ, ਸ਼ਾਇਦ ਉਹਦੇ 'ਚ ਤਾਂ ਬਹੁਤਾ ਕਾਮਯਾਬ ਨਹੀਂ ਹੋਇਆ। ਪਰ ਜਿਹੜੀ ਕਿਉਂਕਿ ਇਮੀਗ੍ਰੈਂਟ ਸੀ ਬਹੁਤ ਵੱਡੀ ਗਿਣਤੀ ਹੈ ਉੱਥੇ, ਇੰਡੀਅਨ ਵੀ ਹੈ, ਆਪਣੇ ਚਾਈਨੀਜ਼ ਵੀ ਹੈਗੇ ਆ, ਬਾਕੀ ਮੁਲਕਾਂ ਦੇ ਏਸ਼ੀਅਨ ਹੈਗੇ ਆ, ਯੂਰਪ ਤੋਂ ਵੀ ਬੜੇ ਲੋਕ ਗਏ ਹੋਏ ਆ। ਹੁਣ ਸਥਾਨਕ ਲੋਕ ਪ੍ਰਭਾਵਿਤ ਕੀਤੇ ਨਾ ਕੀਤੇ, ਪਰ ਇਮੀਗ੍ਰੈਂਟ ਸਾਡੇ ਉਹ ਵੱਡੀ ਪੱਧਰ 'ਤੇ ਆਪਣੇ ਵਿਰੋਧੀ ਬਣਾ ਲਏ ਹੈਗੇ। ਹੁਣ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਟਰੰਪ ਹੈ ਨਾ, ਉਹ ਵੀ ਕੋਈ ਇਹੋ ਜਿਹੀਆਂ ਖਾਸ ਪ੍ਰਾਪਤੀਆਂ ਲੋਕਾਂ ਸਾਹਮਣੇ ਪੇਸ਼ ਕਰਨ 'ਚ ਬੁਰੀ ਤਰ੍ਹਾਂ ਅਸਫਲ ਹੈਗਾ, ਜਾਂ ਉਹ ਇਹ ਰੱਖ ਨਹੀਂ ਸਕਿਆ ਕੋਈ ਮੁੱਦੇ ਕਿ ਆਹ ਮੁੱਦੇ ਹੈ ਜਿਨ੍ਹਾਂ 'ਤੇ ਅਸੀਂ ਇਹ ਚੋਣ ਲੜ ਰਹੇ ਹਾਂ ਔਰ ਇਹ ਚੋਣ ਜਿੱਤ ਕੇ ਇਹਨੂੰ ਹੱਲ ਕਰਕੇ ਦਿਖਾਵਾਂਗੇ। ਇਹ ਹੁਣ ਐਤਕੀ ਇਹ ਮਤਲਬ ਬੜੀ ਹੈਰਾਨੀ ਵਾਲੀ ਗੱਲ ਹੈ ਜਾਂ ਸਿਤਮਜਰੀਫੀ ਵਾਲੀ ਹੈ ਕਿ ਬਾਈਡਨ ਮਤਲਬ ਡੈਮੋਕ੍ਰੈਟ ਸੀ ਅਤੇ ਰਿਪਬਲਿਕਨ ਵੀ, ਦੋਵੇਂ ਨਾ ਬਾਈਡਨ ਅਤੇ ਨਾ ਟਰੰਪ ਕੋਈ ਇਹੋ ਜਿਹੇ ਖਿੱਚ ਪਾਊ ਮੁੱਦੇ ਨਹੀਂ ਉਭਾਰ ਸਕੇ ਜਾਂ ਮੁੱਦੇ ਨਹੀਂ ਦੱਸ ਸਕੇ ਜਿਹਦੇ 'ਤੇ ਇਹ ਗੱਲ ਦੇਖੀ ਜਾ ਸਕੇ ਕਿ ਉੱਥੇ ਇਹ ਲੋਕਾਂ 'ਚ ਪੋਲਰਾਈਜੇਸ਼ਨ ਹੋਊਗੀ ਜੀ, ਜਿਹਦੇ ਕਰਕੇ ਇਹ ਗੱਲ ਇੱਕ ਤਾਂ ਇਹ ਹੈ ਵੀ ਲੋਕਾਂ ਦਾ ਹੁੰਗਾਰਾ ਉੱਥੇ ਥੱਲੇ ਤਾਂ ਹੈਗਾ, ਹੇਠਲੇ ਲੈਵਲ 'ਤੇ ਸੋਚ ਰਹੇ ਲੋਕ, ਪਰ ਇੱਕ ਜਿਹੜਾ ਪਹਿਲਾਂ ਪਤਾ ਲੱਗ ਜਾਂਦਾ ਹੁੰਦਾ ਕਿ ਕੌਣ ਜਿੱਤ ਰਿਹਾ, ਉਹ ਸਪਸ਼ਟ ਐਤਕੀ ਜਿਹੜੀ ਉਹ ਲਕੀਰ ਨਹੀਂ ਖਿੱਚੀ ਜਾ ਸਕੀ ਅਜੇ ਤੱਕ ਵੀ। ਜਾਂ ਸਰਵੇਖਣ ਵੀ ਆ ਰਹੇ ਆ ਜਿਹੜੇ, ਉਹ ਕੋਈ ਬਹੁਤਾ ਸਪਸ਼ਟ ਨਹੀਂ ਆ ਰਿਹਾ ਕਿਤੇ ਵੀ ਜੀ। ਉਹਦਾ ਵੱਡਾ ਕਾਰਨ ਹੀ ਹੈ ਕਿ ਮੁੱਦਿਆਂ ਦੁਆਲੇ ਸਫਬੰਦੀ ਨਹੀਂ ਹੋ ਰਹੀ, ਮੁੱਦਿਆਂ ਦੁਆਲੇ ਜਨਤਕ ਬਹਿਸਾਂ ਨਹੀਂ ਹੋਈਆਂ ਹੈਗੀਆਂ। ਔਰ ਤੀਜੀ ਗੱਲ ਜਿਹੜੀ ਹੋਈ ਕਿ ਪਿਛਲੀ ਸਭ ਤੋਂ ਲਾਸਟ ਉੱਤੇ ਬਹਿਸ ਸੀ ਬਾਈਡਨ ਅਤੇ ਟਰੰਪ ਦੀ, ਉਹਦੇ 'ਚ ਟਰੰਪ ਨੇ ਆਪਣਾ ਬੜੇ ਬੜਬੋਲੇ ਢੰਗ ਨਾਲ ਕਿਹਾ ਕਿ ਰੂਸ, ਭਾਰਤ, ਚੀਨ ਗੰਦੇ ਦੇਸ਼ ਹੈ, ਇਹਨਾਂ ਦੀ ਹਵਾ ਗੰਦੀ ਹੈ ਜੀ। ਹੁਣ ਇਹ ਤਾਂ ਅਮਰੀਕਨ ਵੀ ਹੈਰਾਨ ਹੈ, ਮਤਲਬ ਏਸ਼ੀਅਨ ਲੋਕ ਤਾਂ ਉਹਨੇ ਆਪਣੇ ਖਿਲਾਫ ਕਰ ਹੀ ਲਏ ਜੀ, ਕਿਉਂਕਿ ਏਸ਼ੀਆ ਨੂੰ ਉਹ ਗੰਦੇ ਕਹਿੰਦਾ ਹੈਗਾ, ਪਰ ਅਮਰੀਕਨ ਲੋਕ ਵੀ ਤਾਂ ਹੈਰਾਨ ਹੈ ਕਿ ਭਾਰਤ ਨੂੰ ਉਹ ਸਭ ਤੋਂ ਨੇੜਲਾ ਮਿੱਤਰ ਸਮਝ ਰਿਹਾ ਆਪਣਾ ਜੀ। ਇਸ ਵੇਲੇ ਉਸੇ ਨੇੜਤਾ ਕਾਰਨ ਭਾਰਤ ਅਤੇ ਚੀਨ ਦੇ ਦਰਮਿਆਨ ਬੜੀ ਵੱਡੇ ਟਕਰਾਅ ਵਾਲੇ ਹਾਲਾਤ ਬਣੇ ਹੋਏ ਹੈਗੇ। ਹੁਣ ਅਜਿਹੀ ਹਾਲਤ ਜਦੋਂ ਉਹ ਚੋਣ ਲੜ ਰਿਹਾ ਤਾਂ ਉਦੋਂ ਆਪਣੇ ਮਿੱਤਰ ਦੇਸ਼ ਨੂੰ ਇਹਨਾਂ ਸ਼ਬਦਾਂ ਨਾਲ ਸੰਬੋਧਨ ਕਰਨਾ ਇਹ ਕਿਸੇ ਬੇਵਕੂਫਾਨਾ ਕਾਰਵਾਈ ਤੋਂ ਘੱਟ ਨਹੀਂ ਗਿਣਿਆ ਜਾ ਰਿਹਾ। ਬਿਲਕੁਲ ਇਸ 'ਤੇ ਪੂਰੇ ਅਮਰੀਕਾ ਦੇ ਵਿੱਚ ਭਾਰਤੀ ਵੀ ਅਤੇ ਏਸ਼ੀਅਨ ਵੀ ਖਾਸ ਤੌਰ 'ਤੇ ਜਿਹੜਾ ਉਹ ਕਾਫੀ ਨਾਰਾਜ਼ ਵੀ ਨੇ ਔਰ ਇਹਨੂੰ ਹੈਰਾਨਗੀ ਨਾਲ ਵੀ ਦੇਖ ਰਹੇ ਹੈ ਕਿ ਇੱਕ ਪਾਸੇ ਉਹ ਗੱਲਾਂ ਕਹਿ ਰਹੇ ਹੈਗੇ ਸਾਡੀ ਇਹ ਨਾਲ ਦੋਸਤੀ ਬੜੀ ਹੈ, ਹਿੰਦੁਸਤਾਨ ਨਾਲ ਸੰਬੰਧ ਬੜੇ ਅੱਛੇ ਹੈਗੇ, ਅਤੇ ਨਾਲ ਦੀ ਨਾਲ ਕੀ ਹੋ ਰਿਹਾ ਕਿ ਉਹ ਲਫ਼ਜ਼ ਇਹ ਜਿਹੇ ਵਰਤ ਰਿਹਾ। ਤਾਂ ਇਹ ਗੱਲਾਂ ਨੂੰ ਜਿਹੜੀਆਂ ਦੱਸ ਰਹੀਆਂ ਹੈ ਕਿ ਇਸ ਵਾਰ ਅਮਰੀਕਾ ਦੇ ਵਿੱਚ ਇੱਕ ਤਾਂ ਕਲੀਅਰ ਕੱਟ ਕੋਈ ਸਬੰਧੀ ਨਹੀਂ ਹੈ ਜੀ। ਸਰਵੇਖਣ ਕੁਝ ਥਾਵਾਂ 'ਤੇ ਆ ਰਿਹਾ ਜਿੱਥੇ ਟਰੰਪ ਅੱਗੇ ਹੈ, ਬਾਈਡਨ ਪਿੱਛੇ ਹੈ, ਪਰ ਬਹੁਤ ਸਾਰੀਆਂ ਥਾਵਾਂ 'ਤੇ ਵੀ ਆ ਰਿਹਾ ਕਿ ਬਾਈਡਨ ਅੱਗੇ ਹੈ ਅਤੇ ਟਰੰਪ ਪਿੱਛੇ ਹੈ। ਮਤਲਬ ਅਜੇ ਤੱਕ ਕੋਈ ਇਸ ਤਰ੍ਹਾਂ ਦੇ ਸੰਕੇਤ ਨਹੀਂ ਆ ਰਹੇ ਕਿ ਕੌਣ ਅਗਲੇ ਰਾਸ਼ਟਰਪਤੀ ਦੀ ਕੁਰਸੀ ਵੱਲ ਵਧ ਰਿਹਾ ਹੈਗਾ ਜੀ। ਸਗੋਂ ਇਹ ਬੜੀ ਭੰਬਲ ਭੂਸੇ ਜਿਹੀ ਵਾਲੀ ਹਾਲਤ ਬਣੀ ਹੋਈ ਹੈ ਔਰ ਇਸ ਭੰਬਲ ਭੂਸੇ 'ਚ ਹੀ ਲੱਗਦਾ ਮੈਨੂੰ ਚੋਣ ਖਤਮ ਹੋ ਜਾਣੀ ਹੈ ਅਤੇ ਇਹ ਤਾਂ ਵੋਟਰਾਂ ਦੀ ਗਿਣਤੀ ਦੱਸੂਗੀ ਕਿ ਕੌਣ ਰਾਸ਼ਟਰਪਤੀ ਦੀ ਕੁਰਸੀ 'ਤੇ ਬੈਠਦਾ ਹੈ ਔਰ ਕਿਹਦੇ ਸਿਰ 'ਤੇ ਰਾਸ਼ਟਰਪਤੀ ਦਾ ਤਾਜ ਪਹਿਨਾਇਆ ਜਾਊਗਾ ਜੀ। ਸੋ ਵਾਕਈ ਸਰ ਜਿਵੇਂ ਤੁਸੀਂ ਕਿਹਾ ਕਿ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਰਾਸ਼ਟਰਪਤੀ ਕੌਣ ਬਣਦਾ ਹੈ ਹੁਣ ਅਮਰੀਕਾ ਦਾ। ਇਸ ਤੋਂ ਇਲਾਵਾ ਜਿਹੜੀਆਂ ਹੋਰ ਗੱਲਾਂ ਬਾਤਾਂ ਉਹ ਚੱਲਦੀ ਰਹਿਣਗੀਆਂ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ। ਫਿਲਹਾਲ ਸਮਾਂ ਹੋ ਚੁੱਕਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਪੰਜਾਬ ਮੇਲ USA ਪ੍ਰੈਜ਼ੈਂਟਸ ਇੱਕ ਮੁਲਾਕਾਤ। ਵਿਦੇਸ਼ਾਂ 'ਚ ਵਸਦੇ ਉਹ ਪੰਜਾਬੀ ਜਿਨ੍ਹਾਂ ਚੁੰਮੇ ਕਾਮਯਾਬੀ ਦੇ ਆਸਮਾਨ, ਜਿਨ੍ਹਾਂ ਦੇ ਸਿਰੜ ਨੂੰ ਜ਼ਮਾਨਾ ਕਰਦਾ ਹੈ ਸਲਾਮ। ਉਹਨਾਂ ਦੀ ਜ਼ਿੰਦਗੀ ਤੇ ਪ੍ਰਾਪਤੀਆਂ ਨਾਲ ਸਾਂਝ ਪਾਉਂਦਾ ਪ੍ਰੋਗਰਾਮ ਇੱਕ ਮੁਲਾਕਾਤ, ਸਿਰਫ ਪੰਜਾਬ ਮੇਲ USA ਚੈਨਲ ਤੇ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਜੀ ਦੇ ਨਾਲ। ਸਰ ਅਸੀਂ ਹੁਣੇ ਗੱਲ ਕੀਤੀ ਅਮਰੀਕਾ ਚੋਣਾਂ ਨੂੰ ਲੈ ਕੇ, ਗੱਲ ਕਰੀਏ ਕੈਨੇਡਾ ਦੀ ਵੀ, ਤੇ ਕੈਨੇਡਾ ਵਿੱਚ ਵੀ ਹੁਣੇ BC ਯਾਨੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ, ਜਿਸ ਵਿੱਚ ਕਾਫੀ ਪੰਜਾਬੀ ਜਿਹੜੇ ਨੇ ਉਹਨਾਂ ਨੇ ਇੱਕ ਵਾਰ ਫੇਰ ਜਿਹੜੀ ਸੀਟਾਂ ਜਿਹੜੀਆਂ ਨੇ ਉਹਨਾਂ 'ਤੇ ਮੱਲਾਂ ਮਾਰੀਆਂ ਨੇ। ਸੋ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਦੇਖੋ ਇਸ ਤਰ੍ਹਾਂ ਹੈਗਾ ਕਿ ਬ੍ਰਿਟਿਸ਼ ਕੋਲੰਬੀਆ 'ਚ ਹੁਣੇ ਵਿਧਾਨ ਸਭਾ ਦੀ ਚੋਣ ਹੋ ਕੇ ਹਟੀ ਹੈ, ਜਿਹਦੇ 'ਚ 24 ਪੰਜਾਬੀ। ਅੱਛਾ, ਕਮਾਲ ਦੀ ਗੱਲ ਇਹ ਸੀ ਕਿ ਸਾਰੀਆਂ ਪਾਰਟੀਆਂ 'ਚ ਜੀ ਉੱਥੇ NDP ਹੈ, ਨਿਊ ਡੈਮੋਕ੍ਰੈਟਿਕ ਪਾਰਟੀ, ਦੂਸਰੀ ਲਿਬਰਲ ਹੈ, ਅਤੇ ਤੀਸਰੇ ਹੈਗੇ ਜਿਹੜੇ ਉਹ ਗ੍ਰੀਨ ਪਾਰਟੀ ਜੀ। ਹੁਣ ਤਿੰਨੇ ਹੀ ਪਾਰਟੀਆਂ ਦੇ ਵਿੱਚ ਜਿਹੜੇ ਉਹ 24 ਉਮੀਦਵਾਰ ਖੜ੍ਹੇ ਹੋਏ ਸੀਗੇ ਜੀ, ਜਿਹੜੇ ਪੰਜਾਬੀ ਸੀਗੇ। ਅਤੇ ਖਾਸ ਤੌਰ 'ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਹੁਤੇ ਪੰਜਾਬੀਆਂ ਨਾਲ ਹੀ ਪੰਜਾਬੀਆਂ ਦੇ ਮੁਕਾਬਲੇ ਸੀਗੇ ਜੀ, ਓਪੋਜੀਸ਼ਨ ਵਿੱਚ ਵੀ ਸੇਮ। ਮਤਲਬ ਜਾਣੀ ਜੇ NDP ਵੱਲੋਂ ਹੈ ਤਾਂ ਉਹ ਵੀ ਪੰਜਾਬੀ, ਉਹਦਾ ਮੁਕਾਬਲੇ 'ਚ ਰਿਪਬਲਿਕਨ ਉਹ ਵੀ ਪੰਜਾਬੀ ਅਤੇ ਗ੍ਰੀਨ ਵਾਲੇ ਪੰਜਾਬੀ ਜੀ। ਅਤੇ ਇਸ ਤਰ੍ਹਾਂ ਦੀ ਉੱਥੇ ਬਹੁਤੇ ਇਹ ਹੈਗਾ ਕਿ ਰਿਆਸੀ ਪਾਰਟੀਆਂ ਨੂੰ ਇੱਥੋਂ ਦੇ ਨੂੰ ਇਸ ਗੱਲ ਦਾ ਅਹਿਸਾਸ ਹੈਗਾ ਕਿ ਜੇਕਰ ਕਿਸੇ ਪੰਜਾਬੀ ਦਾ ਖੜਾ ਉੱਥੇ ਹੈ ਕੋਈ ਦੂਸਰੀ ਪਾਰਟੀ ਦਾ, ਤਾਂ ਪੰਜਾਬੀਆਂ ਦੀ ਵੋਟ ਕੱਟਣ ਲਈ ਇੱਕ ਹੋਰ ਪੰਜਾਬੀ ਖੜਾ ਕਰੋ ਜੀ। ਪਰ ਇਹਦੇ ਬਾਵਜੂਦ ਵੀ ਪੰਜਾਬੀ ਵੋਟਾਂ ਵੰਡੀਆਂ ਵੀ ਗਈਆਂ ਤਾਂ ਵੀ 8 ਪੰਜਾਬੀ ਜਿੱਤਣ ਦੇ ਵਿੱਚ ਕਾਮਯਾਬ ਰਿਹਾ ਜੀ। ਔਰ ਉਹ 8 ਪੰਜਾਬੀ ਸਾਰੇ ਦੇ ਸਾਰੇ NDP ਦੇ ਮੈਂਬਰ ਹੈਗੇ, ਮਤਲਬ NDP ਵੱਲੋਂ ਵਿਧਾਇਕ ਉਹ ਜਿੱਤੇ ਨੇ ਜੀ। ਇਹ ਕਰਕੇ ਉੱਥੇ ਹੁਣ ਇੱਕ ਤਾਂ ਮੁੜ ਕੇ ਫੇਰ ਦੁਬਾਰਾ ਪਹਿਲੀ ਸਰਕਾਰ ਵੀ ਉੱਥੇ NDP ਦੀ ਸੀ, ਉਹ ਹਾਲਾਂਕਿ ਘੱਟ ਗਿਣਤੀ ਦੀ ਸਰਕਾਰ ਸੀ, ਪਰ ਐਤਕੀ ਕਲੀਅਰ ਕੱਟ ਮੈਜੋਰਟੀ ਲੈ ਗਈ ਹੈ NDP, ਉਹ ਸਰਕਾਰ ਬਣਾ ਰਹੀ ਹੈਗੀ ਜੀ। ਔਰ ਉੱਥੋਂ ਦੀ ਜਿਹੜੀ ਵਿਧਾਨ ਸਭਾ ਹੈਗੀ ਬ੍ਰਿਟਿਸ਼ ਕੋਲੰਬੀਆ ਦੀ, ਉਹਦੇ ਟੋਟਲ 47 ਮੈਂਬਰ ਹੈ ਓਕੇ। ਔਰ ਉਹਦੇ 'ਚ ਸਭ ਤੋਂ ਵੱਧ ਸੰਘਣੀ ਵਸੋਂ ਹੈ ਜਿਹੜੀ ਉਹ ਹੈ ਸਰੀ 'ਚ ਜੀ, ਜਿੱਥੇ ਪੰਜਾਬੀਆਂ ਦੀ ਵਸੋਂ ਹੈ ਉੱਥੇ ਬਿਲਕੁਲ। ਉੱਥੇ ਜਾ ਕੇ ਦੇਖੋ ਤੁਸੀਂ ਸਰੀ 'ਚ ਤਾਂ ਇੰਝ ਹੀ ਮਹਿਸੂਸ ਹੁੰਦਾ ਹੈ ਜਿਵੇਂ ਲੋਕ ਪੰਜਾਬ 'ਚ ਘੁੰਮਦੇ ਹੋਣ ਜੀ, ਕਿਉਂਕਿ ਹਰ ਡਾਕਖਾਨੇ 'ਚ, ਹਰ ਬੈਂਕ 'ਚ, ਹਰ ਸ਼ਾਪਿੰਗ ਮਾਲ 'ਚ, ਹਰ ਦੁਕਾਨ 'ਤੇ ਤੁਹਾਨੂੰ ਪੰਜਾਬੀ 'ਚ ਉਹਨਾਂ ਦੇ ਸਾਈਨ ਜੀ, ਮਾਟੋ, ਜਾਣਕਾਰੀਆਂ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ, ਇੱਥੋਂ ਤੱਕ ਕਿ ਬੈਂਕ 'ਚੋਂ ਪੈਸੇ ਕਢਾਉਣੇ ਆ ਉਹ ਸਲਿੱਪਾਂ ਵੀ ਪੰਜਾਬੀ 'ਚ ਭਰਨ ਨੂੰ ਜਗ੍ਹਾ ਇੱਥੇ ਜੀ। ਹਾਲਾਂਕਿ ਹਿੰਦੁਸਤਾਨ 'ਚ ਭਾਵੇਂ ਅਜੇ ਨਹੀਂ ਹੈਗੇ ਸਾਡੇ ਇੱਥੇ, ਉੱਥੇ ਪੰਜਾਬੀ 'ਚ ਮਿਲਦੀਆਂ ਹਰੇਕ ਪੰਜਾਬੀ ਦੇ ਨੂੰ। ਔਰ ਇੱਥੋਂ ਤੱਕ ਉੱਥੇ ਪੰਜਾਬੀਆਂ ਦਾ ਕਹਿ ਲਓ ਦਬਦਬਾ ਜਾਂ ਪੰਜਾਬੀ ਭਾਸ਼ਾ ਪ੍ਰਤੀ, ਪੰਜਾਬੀ ਸੱਭਿਆਚਾਰ ਪ੍ਰਤੀ ਉੱਥੋਂ ਦੀਆਂ ਸਰਕਾਰਾਂ ਵੀ ਇੰਨੀਆਂ ਸੁਚੇਤ ਹੈ ਕਿ ਉੱਥੇ ਜਿਹੜਾ ਹੈਗਾ ਹਰ ਬੈਂਕ 'ਚ, ਹਰ ਡਾਕਖਾਨੇ 'ਚ, ਹਰ ਸਰਕਾਰੀ ਅਦਾਰੇ 'ਚ ਤੁਹਾਨੂੰ ਕਿਤੇ ਨਹੀਂ ਕਿ ਕਿਤੇ ਪੰਜਾਬੀ 'ਚ ਬੋਲਣ ਵਾਲਾ ਜਾਂ ਪੰਜਾਬੀ 'ਚ ਗੱਲ ਕਰਨ ਵਾਲਾ ਕੋਈ ਮੁਲਾਜ਼ਮ ਨਾ ਮਿਲੇ ਜੀ। ਸਾਰਿਆਂ ਥਾਵਾਂ 'ਤੇ ਹਾਲਾਂਕਿ ਸਾਡੇ ਲੋਕ ਪੰਜਾਬੀ ਵੀ ਅੰਗਰੇਜ਼ੀ ਜਾਣਦੇ ਹੈ ਜੀ, ਅੰਗਰੇਜ਼ੀ ਉਹ ਬੋਲਦੇ ਵੀ ਹੈ, ਪਰ ਨਹੀਂ ਫਿਰ ਵੀ ਉਹਨਾਂ ਨੇ ਉਹਨਾਂ ਦੀ ਆਪਣੀ ਭਾਸ਼ਾ 'ਚ ਬੋਲਣ ਲਈ ਹਰੇਕ ਅਦਾਰੇ 'ਚ ਪੰਜਾਬੀ ਵਾਲੇ ਮੁਲਾਜ਼ਮਾਂ ਨੂੰ ਤਨਖਾਹ ਆਪਣੀ ਰੱਖਿਆ ਹੈ, ਉਹਨਾਂ ਨੂੰ ਤਰਜੀਹ ਦਿੰਦੇ ਰਹੋ ਜੀ। ਇਸ ਨਾਲ ਇੱਕ ਤਾਂ ਹੈ ਕਿ ਉਹ ਉੱਥੇ ਜਿਹੜਾ ਹੈਗਾ ਉਹ ਪੰਜਾਬੀ ਸਾਡੀ ਰੁਜ਼ਗਾਰ ਨਾਲ ਜੁੜ ਗਈ ਹੈ ਬਿਲਕੁਲ। ਲੋਕ ਕਹਿੰਦੇ ਵੀ ਜੇ ਅਸੀਂ ਪੰਜਾਬੀ ਵੀ ਪੜ੍ਹੇ ਹੋਵਾਂਗੇ ਨਾ ਤਾਂ ਵੀ ਸਾਨੂੰ ਉੱਥੇ ਲਿਆਕਤ ਨਾਲ ਕਿ ਇਹਨੂੰ ਪੰਜਾਬੀ ਆਉਂਦੀ ਹੈ ਤਾਂ ਡਾਕਖਾਨੇ 'ਚ, ਬੈਂਕਾਂ 'ਚ, ਸਰਕਾਰੀ ਅਦਾਰਿਆਂ 'ਚ ਨੌਕਰੀ ਨੂੰ ਤਰਜੀਹ ਮਿਲੂਗੀ। ਜਾਂ ਪ੍ਰਾਈਵੇਟ ਅਦਾਰੇ ਜਿਹੜੇ ਵੱਡੇ, ਉੱਥੇ ਵੀ ਉਹ ਕੋਸ਼ਿਸ਼ ਕਰਦੇ ਕਿ ਕਾਫੀ ਜਣੇ ਪੰਜਾਬੀ ਪੜ੍ਹੇ, ਪੰਜਾਬੀ ਬੋਲਣ ਵਾਲਾ ਨੇ ਤਰਜੀਹ ਦਿੱਤੀ ਜਾਵੇ ਬਿਲਕੁਲ। ਇਸ ਤਰ੍ਹਾਂ ਉੱਥੇ ਇੱਕ ਇਹ ਮਾਹੌਲ ਹੈਗਾ। ਹੁਣ ਇਹਦੇ 'ਚ ਕੀ ਹੈ, ਇਹਦੇ 'ਚ ਮੇਰੇ ਖਿਆਲ 'ਚ ਪਹਿਲੀ ਗੱਲ ਤਾਂ ਇਹ ਆਈ ਕਿ ਸਾਡੇ ਲੋਕ ਅੱਜ ਤੋਂ ਕੋਈ 125 ਸਾਲ ਪਹਿਲਾਂ ਜੀ ਕੈਨੇਡਾ 'ਚ ਜਾਣਾ ਸ਼ੁਰੂ ਹੋਏ ਸੀ। ਉੱਥੇ ਸਾਡੇ ਲੋਕਾਂ ਨੇ ਜਾਂਦੇ ਹੀ, ਕਿਉਂਕਿ ਸਭ ਤੋਂ ਪਹਿਲਾਂ ਕੰਮ ਤਾਂ ਸੀ ਉੱਥੇ ਪੈਰ ਲਾਉਣ ਦਾ, ਉੱਥੇ ਆਰਥਿਕ ਹਾਲਤ ਸੁਧਾਰਨ ਦਾ ਜੀ, ਆਪਣਾ ਜਿਹੜਾ ਹੈਗਾ ਉਹ ਸਵੈਮਾਨ ਨਾਲ ਜਿਉਣ ਦਾ। ਸਾਡੇ ਲੋਕਾਂ ਨੇ ਜਾਂਦੇ ਹੀ ਕੀ ਕੀਤਾ, ਜਿੱਥੇ ਆਰਥਿਕ ਪੱਖੋਂ ਆਪਣੇ ਪੈਰ ਲਾਉਣ ਦਾ ਯਤਨ ਕੀਤਾ, ਭਾਵੇਂ ਆਰਾ ਮਿੱਲਾਂ ਸੀਆਂ, ਬਹੁਤ ਸਾਰੇ ਲੋਕ ਸਾਡੇ ਵੈਨਕੂਵਰ ਗਏ ਜਦੋਂ ਆਰਾ ਮਿੱਲਾਂ 'ਚ ਕੰਮ ਕੀਤਾ ਉਹਨੇ ਜੀ। ਉੱਥੇ ਲੱਕੜਾਂ ਚੀਰੀਆਂ, ਲੱਕੜਾਂ ਢੋਈਆਂ, ਦਰਿਆ ਦੇ ਵਿੱਚ ਖਿੱਚ ਕੇ ਦੂਰੋਂ ਉਹ ਵੱਡੇ ਭਾਰੀ ਲੱਕੜਾਂ ਨੂੰ ਲੈ ਕੇ ਆਉਂਦੇ ਸੀਗੇ। ਉਸ ਤੋਂ ਬਾਅਦ ਉੱਥੇ ਸਾਡੇ ਲੋਕਾਂ ਨੇ ਸ਼ੁਰੂ ਤੋਂ ਹੀ ਸਵੈਮਾਨ ਦੀ ਲੜਾਈ ਲੜੀ ਅਤੇ ਨਸਲੀ ਵਿਤਕਰੇ ਦੇ ਖਿਲਾਫ ਅਤੇ ਜਮਹੂਰੀ ਹੱਕਾਂ ਬਾਰੇ, ਮਨੁੱਖੀ ਹੱਕਾਂ ਬਾਰੇ ਉਹ ਲੜਾਈ ਸ਼ੁਰੂ ਤੋਂ ਹੀ ਹੁੰਦੀ ਰਹੀ। ਜਿਵੇਂ ਇੱਕ ਉੱਥੇ ਸਰਦਾਰ ਮੇਵਾ ਸਿੰਘ ਹੈ ਵੈਨਕੂਵਰ 'ਚ ਹੋਇਆ, ਬਹੁਤ ਪਹਿਲਾਂ 100 ਸਾਲ ਤੋਂ ਪਹਿਲਾਂ ਦੀ ਗੱਲ ਹੈ। ਉਹਨਾਂ ਨੇ ਗੋਰੇ ਜਦੋਂ ਜ਼ੁਲਮ ਕਰ ਰਹੇ ਸਨ ਤੇ ਤਾਂ ਉਹਨੇ ਇੱਕ ਗੋਰੇ ਨੂੰ ਗਲ ਲਾ ਕੇ ਕਤਲ ਕਰ ਦਿੱਤਾ ਸੀਗਾ ਜੀ। ਔਰ ਉਹ ਮਨੁੱਖੀ ਸਨਮਾਨ ਦੀ ਉਹ ਇੱਕ ਇਹੋ ਜਿਹੀ ਚਿੰਗਾੜੀ ਬਣੀ। ਅਤੇ ਅੱਜ ਵੀ ਉੱਥੇ ਵੈਨਕੂਵਰ 'ਚ ਸਾਡੇ ਲੋਕ ਕਿਹੜੇ ਹਿੰਦੁਸਤਾਨੀ ਪੰਜਾਬੀ, ਉਹ ਉਹਨਾਂ ਦੇ ਉਸ ਜਾਨੀ ਕੁਰਬਾਨੀ ਨੂੰ, ਉਹ ਬਹਾਦਰੀ ਨੂੰ ਸਿਰ ਨਿਭਾਉਂਦੇ ਹੈ, ਉਹਨਾਂ ਦੀ ਯਾਦਗਾਰ ਬਣਾਈ ਹੋਈ ਹੈ ਬਾਕੀ ਕਿ ਉਹਨਾਂ ਨੇ ਸਨਮਾਨ ਦੀ ਲੜਾਈ ਲੜੀ ਸੀ। ਇੱਦਾਂ ਹੀ 1913 'ਚ ਕਾਮਾਗਾਟਾ ਮਾਰੂ ਦਾ ਜਹਾਜ਼ ਗਿਆ ਇੱਥੋਂ ਬਿਲਕੁਲ। ਉਸ ਨੂੰ ਉੱਥੇ ਜਦੋਂ ਲੱਗਿਆ ਜਾ ਕੇ ਉਹ ਲੰਗਰ ਬੇੜਾ ਕਹਿੰਦੇ ਸਾਨੂੰ ਲੰਗਰ 'ਤੇ ਜਦੋਂ ਅਖੀਰ ਮਤਲਬ ਜੀ ਤੱਟ ਦੇ ਉੱਤੇ ਤਾਂ ਉਹਨੂੰ ਉਤਰਨ ਦੀ ਲੋਕਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਤਾਂ ਕੋਈ 2-2.5 ਮਹੀਨੇ ਉਹ ਉੱਥੇ ਖੜ੍ਹਾ ਰਿਹਾ। ਹਿੰਦੁਸਤਾਨੀ ਪੰਜਾਬੀ ਲੋਕਾਂ ਨੇ ਉਹ ਸਾਰਿਆਂ ਦਾ ਉਹਨਾਂ ਚਿਰ ਲਈ ਬੰਦੋਬਸਤ ਕੀਤਾ, ਖਾਣ ਦਾ, ਉਹਨਾਂ ਨੂੰ ਹੋਰ ਹਰ ਚੀਜ਼ ਬੰਦੋਬਸਤ ਦਾ।
ਕੋਈ ਲੰਬੀ ਲੜਾਈ ਸੀ। ਮਤਲਬ ਕਹਿਣ ਦਾ ਕਿ ਜਿੱਥੇ ਲੋਕਾਂ ਨੇ ਆਪਣੀ ਆਰਥਿਕਤਾ ਮੌਜੂਦ ਕੀਤੀ, ਨਾਲ ਦੀ ਨਾਲ ਆਪਣੇ ਸਵੈਮਾਨ ਨਾਲ ਜਿਉਣ ਦਾ ਔਰ ਹਿੰਦੁਸਤਾਨ ਦੀ ਆਜ਼ਾਦੀ 'ਚ ਹਿੱਸਾ ਪਾਉਣ ਦਾ ਇਹ ਵੀ ਉੱਥੇ ਰੱਖਿਆ ਗਾ ਜੀ। ਹੁਣ ਇਹਦਾ ਨਤੀਜਾ ਕੀ ਨਿਕਲਿਆ ਗਾ? ਇਹਦਾ ਨਤੀਜਾ ਇਹ ਨਿਕਲਿਆ ਕਿ ਉੱਥੋਂ ਦੇ ਸਾਡੇ ਲੋਕਾਂ ਦਾ ਜਿਹੜਾ ਸਵੈਮਾਨ ਦਾ, ਭਾਰਤ ਦੀ ਆਜ਼ਾਦੀ 'ਚ ਹਿੱਸਾ ਪਾਉਣ ਦਾ ਔਰ ਆਰਥਿਕ ਤੌਰ 'ਤੇ ਮਜ਼ਬੂਤ ਹੁੰਦਾ ਉੱਥੇ, ਇਹਨਾਂ ਨੇ ਉੱਥੇ ਲੋਕਾਂ ਨੂੰ ਸਿਆਸਤ 'ਚ ਆਉਣ ਲਈ ਇੱਕ ਧਰਾਤਲ ਜਿਹੜਾ ਉਹ ਕਾਇਮ ਕਰਤਾ। ਉਹ ਧਰਾਤਲ ਦੇ ਸਿਰ 'ਤੇ ਪਿਛਲੇ ਕਰੀਬ 50 ਸਾਲ ਤੋਂ ਇਕੱਲਾ ਬ੍ਰਿਟਿਸ਼ ਕੋਲੰਬੀਆ ਨੂੰ, ਓਨਟਾਰੀਓ 'ਚ, ਟੋਰਾਂਟੋ ਜਿੱਥੇ, ਇਹ ਅਲਬਰਟਾ ਜਿਹ 'ਚ ਕੈਲਗਰੀ ਅਤੇ ਐਡਮੰਟਨ ਹੈਗੇ, ਵਿਨੀਪੈਗ ਹੈ ਅਤੇ ਇਹ ਬ੍ਰਿਟਿਸ਼ ਕੋਲੰਬੀਆ। ਇਹਨਾਂ 'ਚ ਸਾਰੇ ਥਾਵੇਂ ਬੜੇ ਚਿਰਾਂ ਤੋਂ, ਕਰੀਬ 50 ਸਾਲ ਤੋਂ ਸਾਡੇ ਲੋਕੀ, ਭਾਵੇਂ ਹਾਲਾਂਕਿ ਪਹਿਲੇ ਦਹਾਕੇ ਛੋਟੇ ਕਾਉਂਸਲਰ, ਮੇਅਰ ਜਾਂ ਹੋਰ ਛੋਟੀਆਂ ਉਹ 'ਚ ਗਏ, ਪਰ ਉਦੋਂ ਬਾਅਦ 'ਚ ਲਗਾਤਾਰ ਮੈਂਬਰ ਪਾਰਲੀਮੈਂਟ, ਖਾਸ ਤੌਰ 'ਤੇ 1990 'ਚ ਸਾਡੇ ਮੈਂਬਰ ਪਾਰਲੀਮੈਂਟ ਬਣੇ ਵੱਡੀ ਗਿਣਤੀ 'ਚ, ਵਿਧਾਨ ਸਭਾ ਦੇ ਮੈਂਬਰ ਬਣੇ। ਤਾਂ ਉਦੋਂ ਪਹਿਲੀ ਵਾਰ ਸੀ ਕਿ 1998 'ਚ ਸਾਡਾ ਪੰਜਾਬੀ ਮੂਲ ਦਾ ਉੱਜਲ ਸਿੰਘ ਦਸਾਂਝ ਜਿਹੜਾ, ਉਹ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਬਣਿਆ, ਪ੍ਰਧਾਨ ਮੰਤਰੀ ਉਸ ਸਮੇਂ, ਜਿਹਨੂੰ ਅਸੀਂ ਮੁੱਖ ਮੰਤਰੀ ਕਹਿੰਦੇ ਨੇ ਇੱਥੇ। ਤਾਂ ਉਹ ਉਹਦਾ ਪ੍ਰੀਮੀਅਰ ਬਣਨਾ ਆਪਣੇ ਆਪ 'ਚ ਹੀ ਬਹੁਤ ਵੱਡੀ ਗੱਲ ਸੀ ਕਿ ਇੱਕ ਬ੍ਰਿਟਿਸ਼ ਕੋਲੰਬੀਆ ਸੂਬੇ ਦਾ, ਮਕਾਨੇ ਮੁਲਕ ਦਾ, ਹੋਰ ਜੰਪਲ ਕਿਸੇ ਦੇਸ਼ ਦਾ ਜਾ ਕੇ ਉੱਥੇ ਉਸ ਕੁਰਸੀ 'ਤੇ ਸਸ਼ੋਭਿਤ ਹੋਇਆ ਔਰ ਉਹਦੇ ਨਾਲ 4-5 ਪੰਜਾਬੀ ਮੰਤਰੀ ਵੀ ਸੀਗੇ। ਫਿਰ ਉਹੀ ਉੱਜਲ ਦਸਾਂਝ, ਹਰਬ ਧਾਲੀਵਾਲ ਅਤੇ ਹੋਰ ਕਈ ਲੋਕ ਉਹ ਫੈਡਰਲ ਗੌਰਮੈਂਟ ਵਿੱਚ ਗਏ ਕੈਨੇਡਾ ਦੀ 'ਚ, ਉੱਥੇ ਮੰਤਰੀ ਬਣੇ। ਅਤੇ ਹੁਣ ਵੀ ਇਸ ਵੇਲੇ ਹਿੰਦੁਸਤਾਨ ਤੋਂ ਦੇ ਜੰਪਲ ਕਹਿ ਲਈਏ ਅਸੀਂ, ਕੈਨੇਡਾ ਫੈਡਰਲ ਸਰਕਾਰ ਦੇ ਵਿੱਚ 18 MP ਹੈ, ਜਿਨ੍ਹਾਂ 'ਚੋਂ 6 ਮੰਤਰੀ ਹੈਗੇ। ਹੁਣ ਇਹ ਬਹੁਤ ਵੱਡੀਆਂ ਪ੍ਰਾਪਤੀਆਂ ਕੈਨੇਡਾ ਦੇ ਵਿੱਚ। ਉਹ ਲੋਕਾਂ ਦਾ ਇਹੀ ਸੀ ਵੀ ਲੋਕਾਂ ਨੇ ਲਗਾਤਾਰ ਜਦੋਜਹਿਦ ਕੀਤੀ, ਆਪਣੀ ਸ਼ਨਾਖਤ ਬਣਾਈ। ਹਾਲਾਂਕਿ ਉੱਥੇ ਆਬਾਦੀ ਦੇ ਹਿਸਾਬ ਨਾਲ ਦੇਖਿਆ ਜਾਵੇ, ਸਾਡੀ ਆਬਾਦੀ ਬਹੁਤ ਥੋੜ੍ਹੀ ਹੈ। ਪੰਜਾਬੀਆਂ ਦੀ ਆਬਾਦੀ ਮਤਲਬ ਜੇ ਬ੍ਰਿਟਿਸ਼ ਕੋਲੰਬੀਆ 'ਚ ਹਾਲਾਂਕਿ ਬਹੁਤ ਅਸੀਂ ਸੰਘਣੀ ਆਬਾਦੀ ਹੈ, ਜਾਂ ਟੋਰਾਂਟੋ 'ਚ ਜਿੱਥੇ ਬਰੈਂਪਟਨ ਵਗੈਰਾ ਹੈਗੇ ਆ, ਉੱਥੇ ਵੀ ਸਾਡੀ ਆਬਾਦੀ ਕਾਫੀ ਹੈ। ਪਰ ਫਿਰ ਵੀ ਜਿਸ ਤਰ੍ਹਾਂ ਅਸੀਂ ਜਿੱਤ ਹਾਸਲ ਕਰਦੇ ਹਾਂ ਉੱਥੇ, ਜਿੰਨੇ ਸਾਡੇ ਮੰਤਰੀ ਬਣ ਰਹੇ ਹੈ, MLA ਬਣ ਰਹੇ ਹੈ, MP ਬਣ ਰਹੇ, ਉਹਦੇ ਮੁਕਾਬਲੇ ਸਾਡੀ ਆਬਾਦੀ ਬਹੁਤ ਘੱਟ ਹੈ। ਮਤਲਬ ਸਾਡੀ 2.5-3 ਗੁਣਾ ਵੱਧ ਉੱਥੇ ਪ੍ਰਤੀਨਿਧਤਾ ਸਾਨੂੰ ਸਿਆਸੀ ਖੇਤਰ 'ਚ, ਹਾਲਾਂਕਿ ਆਬਾਦੀ ਉਹ ਇੰਨੀ ਘੱਟ ਹੈ ਸਾਡੀ। ਇਹਦਾ ਵੱਡਾ ਕਾਰਨ ਕੀ ਹੈ? ਇਹਦਾ ਵੱਡਾ ਕਾਰਨ ਇਹ ਹੈ ਕਿ ਸਾਡੇ ਲੋਕਾਂ ਨੇ ਉੱਥੇ ਆਲੇ ਦੁਆਲੇ ਨਾਲ, ਹੋਰਨਾਂ ਵਰਗਾਂ ਦੇ ਲੋਕਾਂ ਨਾਲ, ਉੱਥੋਂ ਦੀ ਗੋਰੀ ਬਸੋਂ ਜਿਹੜੀ ਸਥਾਨਕ, ਉਹਦੇ ਨਾਲ ਬਹੁਤ ਅੱਛੇ ਰਿਲੇਸ਼ਨ ਲਾਏ ਹੈ। ਉਹਨਾਂ ਲਈ ਆਪਣਾ ਵਾਰਨ ਦਾ, ਹੁਣ ਜਿਵੇਂ ਅਸੀਂ ਦੇਖਿਆ ਸਾਡੇ ਗੁਰਦੁਆਰਾ ਸਾਹਿਬ ਹੈ, ਉੱਥੇ ਜਦੋਂ ਵੀ ਕਿਸੇ ਨੂੰ ਆਫਤ ਆਵੇ ਤਾਂ ਹਰ ਥਾਂ 'ਤੇ ਸਾਡੇ ਗੁਰਦੁਆਰਾ 'ਚੋਂ ਲੰਗਰ ਜਾਂਦਾ ਹੈ ਮੁਫਤ। ਹਰ ਤਰ੍ਹਾਂ ਦੀ ਸਹਾਇਤਾ, ਕੱਪੜੇ ਤੋਂ ਲੈ ਕੇ ਉਹਨਾਂ ਨੂੰ ਸਿਰ ਢੱਕਣ ਲਈ ਕਈ ਵਾਰ ਛੱਤ ਦੇਣ ਤੱਕ ਦਾ ਇਹ ਯਤਨ ਕੀਤਾ ਜਾਂਦਾ ਹੈ। ਹੁਣ ਇਹਨਾਂ ਗੱਲਾਂ ਦੀ ਬੜੀ ਸ਼ਲਾਘਾ ਹੁੰਦੀ ਹੈ। ਹੁਣ ਦੇਖਿਆ ਜਾਵੇ, ਕਰੋਨਾ ਵਾਇਰਸ ਸੀ, ਕਰੋਨਾ ਵਾਇਰਸ ਜਦੋਂ ਸਰਕਾਰਾਂ ਥੱਕ ਗਈਆਂ ਸੀਆਂ, ਕਿਸੇ ਵੀ ਤਰ੍ਹਾਂ ਦੀ ਹਰ ਲੋਕਾਂ ਦੀ ਜਿਹੜੀ ਹੈ ਡਿਮਾਂਡ ਹੈ ਉਹ ਪੂਰੀ ਕਰਨ 'ਚ ਅਸਮਰੱਥ ਸੀਆਂ, ਉਸ ਸਮੇਂ ਗੁਰੂ ਘਰਾਂ ਵੱਲੋਂ ਥਾਂ ਥਾਂ 'ਤੇ ਲੰਗਰ ਲਗਾਏ ਗਏ। ਥਾਂ ਥਾਂ 'ਤੇ ਲੋਕਾਂ ਨੂੰ ਜਿੱਥੇ ਕੱਪੜੇ ਦੀ ਜ਼ਰੂਰਤ ਸੀ, ਛੱਤ ਦੀ ਜ਼ਰੂਰਤ ਸੀ, ਟੈਂਟ ਲਗਾ ਕੇ ਉਹਨਾਂ ਨੂੰ ਜਗ੍ਹਾ ਦਿੱਤੀ ਗਈ। ਹੁਣ ਇਹ ਗੱਲ ਦੱਸਦਾ ਉਹ ਬੜਾ ਅਸਰ ਪੈਂਦਾ ਹੈਗਾ। ਇੰਨੀ ਪਹਿਲਾਂ ਬਹੁਤ ਸਾਰੇ ਕੁਦਰਤੀ ਆਫਤਾਂ 'ਚ ਸਾਡੇ ਲੋਕਾਂ ਨੇ ਹਰ ਵਰਗ ਦੀ ਖੁੱਲ੍ਹ ਕੇ ਮਦਦ ਕੀਤੀ, ਬਿਨਾਂ ਕਿਸੇ ਰੰਗ ਮਤਭੇਦ ਤੋਂ। ਇਹਨਾਂ ਗੱਲਾਂ ਦਾ ਅਸਰ ਕੀ ਹੈਗਾ ਕਿ ਸਾਡੇ ਬੰਦਿਆਂ ਦੀ, ਲੋਕਾਂ ਦੇ ਵਿੱਚ ਸ਼ਨਾਖਤ, ਹੋਰ ਧਰਮਾਂ ਦੇ, ਹੋਰ ਵਰਗਾਂ ਦੇ, ਹੋਰ ਜਾਤੀਆਂ ਦੇ ਲੋਕਾਂ 'ਚ ਵੀ ਇੱਕ ਸ਼ਨਾਖਤ ਕੀ ਕਿ ਇਹ ਬਹੁਤ ਅੱਛੇ ਲੋਕ ਹੈ, ਇਹ ਜਮਹੂਰੀ ਹੱਕਾਂ ਦੀ ਕਦਰ ਕਰਦੇ ਹੈ, ਇਹ ਇਨਸਾਨ ਦੀ ਕਦਰ ਕਰਦੇ ਨੇ, ਦੂਸਰਿਆਂ ਨੂੰ ਔਕੜ ਵੇਲੇ, ਦੂਸਰਿਆਂ ਨੂੰ ਮੁਸੀਬਤ ਵੇਲੇ ਆਪਣੇ ਗਲ ਨਾਲ ਲਾਉਂਦੇ ਹੈ। ਹੁਣ ਇਸ ਜਿਹੜੀ ਹੈ ਨਾ ਉੱਥੇ ਇਹ ਨੈਤਿਕ, ਜਦੋਂ ਤੁਸੀਂ ਨੈਤਿਕ ਤੌਰ 'ਤੇ ਉੱਚੇ ਹੋਏ ਹੋ ਨਾ, ਫਿਰ ਤੁਹਾਡੇ ਵਿਰੋਧੀਆਂ ਦਾ ਲੈਵਲ ਆਪਣੇ ਆਪ ਹੀ ਨੀਵਾਂ ਹੋ ਜਾਂਦਾ ਹੈਗਾ। ਇਹੀ ਉੱਥੇ ਵੱਡੀ ਗੱਲ ਹੈ ਕਿ ਅਸੀਂ, ਸਾਡੀ ਕੌਮ ਨੇ, ਸਾਡੇ ਪੰਜਾਬੀਆਂ ਨੇ, ਸਾਡੇ ਸਿੱਖ ਭਰਾਵਾਂ ਨੇ, ਉੱਥੇ ਜਿਹੜੀ 3 ਵੱਡੀਆਂ ਗੱਲਾਂ ਜਮਹੂਰੀਅਤ ਦੀਆਂ, ਉਹ ਲਿਬਰਟੀ ਦੀ, ਫਰਟਰਨਿਟੀ ਦੀ ਅਤੇ ਇਕੁਅਲਿਟੀ ਦੀ, ਉਹ ਤਿੰਨਾਂ ਦੇ ਵਿੱਚ ਹੀ ਲਗਾਤਾਰ ਬੜੇ ਵੱਡੇ ਕਾਰਨਾਮੇ ਕੀਤੇ ਆ ਔਰ ਉਹਦੇ ਵਿੱਚ ਉਹਨਾਂ ਨੇ ਪੂਰਾ ਉਤਰ ਕੇ ਵੀ ਦਿਖਾਇਆ ਹੈਗਾ, ਜਿਹਦੇ ਕਰਕੇ ਅੱਜ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੇ ਤਕਰੀਬਨ ਇਹ 4-5 ਸੂਬਿਆਂ 'ਚ, ਕਿਊਬਕ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ 'ਚ ਹੀ ਪੰਜਾਬੀਆਂ ਦੀ ਲਗਾਤਾਰ ਉੱਥੇ ਗਿਣਤੀ ਭਾਵੇਂ ਬਹੁਤ ਵੱਡੀ ਨਹੀਂ ਹੈਗੀ, ਪਰ ਰਾਜਸੀ ਖੇਤਰ 'ਚ, ਆਰਥਿਕ ਖੇਤਰ 'ਚ, ਵਿੱਦਿਅਕ ਖੇਤਰ 'ਚ ਔਰ ਸੇਵਾਵਾਂ ਦੇ ਖੇਤਰ 'ਚ, ਚਾਰਾਂ ਖੇਤਰਾਂ 'ਚ ਨੁਮਾਇੰਦਗੀ ਬਹੁਤ ਉੱਭਰਵੀਂ ਹੈ। ਔਰ ਬਸੋਂ ਦੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਸਾਡੀ ਵਧੀ।
ਜੀ। ਜਿਵੇਂ ਅਸੀਂ ਵੈਨਕੂਵਰ 'ਚ ਕਹਿ ਸਕਦੇ ਬ੍ਰਿਟਿਸ਼ ਕੋਲੰਬੀਆ 'ਚ, ਉੱਥੋਂ ਦਾ 95% ਕੰਸਟਰਕਸ਼ਨ ਵਰਕ 1 ਕਰੋੜ ਤੋਂ ਲੈ ਕੇ ਲੱਖ 1 ਕਰੋੜ ਤੱਕ ਉਹ ਪੰਜਾਬੀਆਂ ਦੇ ਹੱਥ ਹੈਗਾ। ਮਤਲਬ ਬੜੀ ਮੁਸ਼ਕਿਲ 5% ਕੰਸਟਰਕਸ਼ਨ ਹੈ ਜੀ, ਛੋਟੇ ਤੋਂ ਲੈ ਕੇ ਵੱਡੀ ਉਹ ਹੋਰਾਂ ਕਿਸੇ ਕੋਲ ਹੈ, 95% ਸਾਡੇ ਲੋਕਾਂ ਕੋਲ ਉੱਥੇ ਜੀ। ਇਹ ਬਹੁਤ ਵੱਡੀ ਪ੍ਰਾਪਤੀ ਹੈ ਬਿਲਕੁਲ, ਕਿਉਂਕਿ ਇਹਦੇ 'ਚ ਟੈਕਨੀਕਲ ਗੱਲਾਂ ਵੀ ਹੈਗੀਆਂ, ਇਹਦੇ 'ਚ ਸਾਰਾ ਡਿਜ਼ਾਈਨਿੰਗ ਦਾ ਤੋਂ ਲੈ ਕੇ ਉਹ ਸਾਡੇ ਲੋਕਾਂ ਨੇ ਉੱਥੇ ਸਿੱਖ ਕੇ ਆਪਣੀ ਲਿਆਕਤ ਨਾਲ ਉੱਥੇ ਲੋਕਾਂ ਦੇ ਵਿੱਚ ਆਪਣਾ ਆਧਾਰ ਬਣਾਇਆ ਹੈਗਾ ਜੀ। ਅਤੇ ਅੱਜ ਜਿਹੜੀ ਜਿੱਤਦੀ ਹੈ ਨਾ ਉਹਦੇ ਵਿੱਚ ਦੇਖੋ ਹੋਰ ਗੱਲ, ਜਿਹੜੇ ਇਸ ਵੇਲੇ 8 ਲੋਕ ਗਏ ਹੈ ਉੱਥੇ ਕੋਈ ਰਿਜ਼ਰਵੇਸ਼ਨ ਨਹੀਂ ਹੈਗੀ। ਉਹ 'ਚ 5 ਮਰਦ ਹੈ ਅਤੇ 3 ਔਰਤਾਂ ਹੈ। ਮਤਲਬ ਸਾਡੇ ਹਿੰਦੁਸਤਾਨ 'ਚ ਜਾ ਕੇ ਜੀ, ਹਾਲਾਂਕਿ ਹਿੰਦੁਸਤਾਨ 'ਚ ਇਸ ਤਰ੍ਹਾਂ ਦੀ ਬਰਾਬਰਤਾ ਨਹੀਂ ਹੈਗੀ, ਬਿਲਕੁਲ, ਪਰ ਕੈਨੇਡਾ ਦੀ ਧਰਤੀ 'ਤੇ ਉੱਥੇ ਬਰਾਬਰ ਸਾਡੀਆਂ ਪੰਜਾਬੀ ਔਰਤਾਂ ਜਿਹੜੀਆਂ ਉਹ ਵੀ ਮਰਦਾਂ ਨਾਲ, ਜਿੱਥੇ ਬਾਕੀ ਕੰਮਾਂ 'ਚ ਹੱਥ ਮਿਲਾਉਂਦੀਆਂ ਉੱਥੇ ਪੋਲੀਟਿਕਸ 'ਚ ਵੀ ਬਰਾਬਰ ਖੜੀਆਂ ਨੇਗੀਆਂ। ਬਿਲਕੁਲ। ਅੱਜ 3 ਜਿਹੜੀਆਂ ਥਾਂ 'ਚੋਂ ਉਹ ਪੰਜਾਬੀ ਔਰਤਾਂ ਅਤੇ ਉਹਨਾਂ 'ਚ ਹੋ ਸਕਦਾ ਕੋਈ ਮੰਤਰੀ ਬਣੇ ਜੀ, ਇਸਤਰੀ ਮਰਦ ਵੀ ਮੰਤਰੀ ਬਣਨਗੇ। ਹੁਣ ਇਹ ਜਿਹੜੀਆਂ ਪ੍ਰਾਪਤੀਆਂ ਨਾ ਇਹ ਇੱਕ ਦੱਸਦੀਆਂ ਨਾ ਕਿ ਜਿੱਥੇ ਵੀ ਅਸੀਂ ਜਾਈਏ ਉੱਥੇ ਇਕੱਲਾ ਇਹ ਨਹੀਂ ਕਿ ਜਿਵੇਂ ਹੁਣ ਚੀਨੀ ਜਿਹੇ ਲੋਕ ਹੈ ਜੇ ਅਸੀਂ ਉਦਾਹਰਨ ਦੇਣੀ ਹੋਵੇ, ਇਹ ਨਹੀਂ ਕਿ ਉਹ ਮਾੜੇ ਹੈ, ਉਹ ਹੈ ਕਿ ਉਹਨਾਂ ਦਾ ਉੱਥੇ ਸਾਰਾ ਕੰਮ ਹੈ ਕਿ ਆਪੋ ਆਪਣੇ ਕਾਰੋਬਾਰ ਸਥਾਪਿਤ ਕਰਨ ਤੱਕ ਗਿਆ। ਕਲੈਕਟਿਵ ਜਿਹੜੀ ਹੁੰਦੀ ਹੈ ਨਾ, ਸਾਂਝੇ ਤੌਰ 'ਤੇ ਇੱਕ ਕੰਮ ਕਰਨ ਦੀ ਭਾਵਨਾ, ਸਮਾਜ ਦੇ ਨਾਲ ਜੁੜਨ ਦੀ ਭਾਵਨਾ, ਉਹ ਨਹੀਂ ਹੈਗੀ। ਉਸ ਨਾਲ ਕੀ ਹੈ ਕਿ ਵੈਨਕੂਵਰ ਦੇ ਵਿੱਚ ਵੀ ਸਰਮਾਏ ਪੱਖੋਂ ਚੀਨੀ ਸਾਡੇ ਨਾਲੋਂ ਘੱਟ ਨਹੀਂ, ਗਿਣਤੀ ਪੱਖੋਂ ਵੀ ਸਾਡੇ ਨਾਲੋਂ ਘੱਟ ਨਹੀਂ, ਪਰ ਉਹਨਾਂ ਦਾ ਇੱਕ ਵੀ MLA ਨਹੀਂ ਹੈਗਾ, ਇੱਕ ਵੀ ਮੰਤਰੀ ਨਹੀਂ ਹੈਗਾ, ਇੱਕ ਵੀ ਉੱਥੇ ਇੱਥੋਂ ਤੱਕ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਟੇਟ ਦੇ ਸੂਬਾ ਪੁਲਿਸ ਅਫਸਰ ਜਿਹੜੇ DGP ਜਿਹਨੂੰ ਆਪਾਂ ਕਹੀਏ ਪੰਜਾਬ ਦੇ ਵਿੱਚ, ਉਹ DGP ਕਈ ਵਾਰ ਪੰਜਾਬੀ ਰਹਿ ਚੁੱਕੇ ਹੈ ਜੀ। ਪਰ ਚੀਨੀ ਇੰਨਾ ਉਹ ਕਿਉਂ? ਕਿਉਂਕਿ ਉਹ ਇੱਕ ਸਿਰਫ ਆਪਣੇ ਆਰਥਿਕ ਪੱਖ ਮੌਜੂਦ ਕਰਨ ਵਾਲੀ ਹੈ। ਸਾਡੇ ਲੋਕਾਂ ਨੇ ਆਰਥਿਕ ਪੱਖ ਦੇ ਨਾਲ ਨਾਲ ਸਮਾਜਿਕ ਅਤੇ ਰਾਜਨੀਤਿਕ ਪੱਖਾਂ 'ਚ ਵੀ ਧਿਆਨ ਦਿੱਤਾ। ਬਿਲਕੁਲ, ਸਮਾਜਿਕ ਪੱਧਰ 'ਤੇ ਲੋਕਾਂ ਨਾਲ ਜੁੜੇ, ਰਾਜਨੀਤਿਕ ਖੇਤਰ ਜਾ ਕੇ ਲੋਕਾਂ ਦੀ ਅਗਵਾਈ ਕੀਤੀ ਜੀ, ਜਿਹਦੇ ਨਾਲ ਕੀ ਹੈ ਉੱਥੇ ਲੋਕਾਂ ਨੂੰ ਸਾਡੇ 'ਤੇ ਵਿਸ਼ਵਾਸ ਵੱਝਿਆ ਜੀ। ਲੋਕ ਉਸ ਵਿਸ਼ਵਾਸ ਨਾਲ ਹੀ ਸਾਡੇ ਜਿੱਥੇ ਵੀ ਪੰਜਾਬੀ ਕੋਈ ਖੜ੍ਹੇ ਹੁੰਦੇ ਹੈ ਉਹਨੂੰ ਬੜੇ ਇੱਜ਼ਤ ਨਾਲ, ਬੜੇ ਸਨਮਾਨ ਨਾਲ ਸਤਿਕਾਰ ਦੇ ਵੀ ਹੈ ਔਰ ਵੋਟਾਂ ਲੋਕ ਪਾ ਰਹੇ ਨੇ ਜੀ। ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਅੱਜ ਪੰਜਾਬੀ ਵਸੇ ਹੋਏ ਹੈ ਅਤੇ ਮੇਰੇ ਖਿਆਲ 'ਚ ਸਾਰੇ ਮੁਲਕਾਂ 'ਚ ਹੀ ਇਸ ਵੇਲੇ ਪੰਜਾਬੀਆਂ ਨੇ ਸਮਾਜਿਕ ਅਤੇ ਰਾਜਨੀਤਿਕ ਖੇਤਰ 'ਚ ਕਾਫੀ ਮੱਲਾਂ ਮਾਰਨੇ ਸ਼ੁਰੂ ਕੀਤੀਆਂ। ਨਿਊਜ਼ੀਲੈਂਡ 'ਚ ਸਾਡੇ ਲੋਕ ਹੈਗੇ, ਆਸਟ੍ਰੇਲੀਆ 'ਚ ਸਾਡੇ ਲੋਕ ਰਾਜਨੀਤਿਕ ਖੇਤਰ 'ਚ ਆ ਚੁੱਕੇ ਹੈ, ਮਲੇਸ਼ੀਆ 'ਚ ਆ ਚੁੱਕੇ ਹੈ, ਇੰਗਲੈਂਡ 'ਚ ਬਹੁਤ ਪਹਿਲਾਂ ਤੋਂ ਗਏ, ਰੀਸੈਂਟਲੀ ਇਟਲੀ 'ਚ ਵੀ, ਹਾਂ ਇਟਲੀ 'ਚ ਵੀ ਹੈਗਾ। ਹੁਣ ਉੱਥੇ ਬਹੁਤ ਸਾਰੇ ਮੇਅਰ ਅਤੇ ਹੋਰ ਬਹੁਤ ਸਾਰੀਆਂ ਪੋਸਟਾਂ 'ਤੇ ਅਮਰੀਕਾ 'ਚ ਵੀ ਸਾਡੇ ਚੋਣ ਲੜੀ ਜਾ ਰਹੀ ਹੈਗੀ। ਬਿਲਕੁਲ। ਅਤੇ ਇੱਥੋਂ ਅਸੀਂ ਦੇਖਦੇ ਹਾਂ ਕਿ ਪੂਰੀ ਵਰਲਡ ਦੇ ਵਿੱਚ ਸਮਾਜਿਕ ਅਤੇ ਰਾਜਨੀਤਿਕ ਖੇਤਰਾਂ 'ਚ ਵੀ ਸਾਡੇ ਲੋਕ ਉਸ ਤਰ੍ਹਾਂ ਅੱਗੇ ਵਧ ਰਹੇ ਜਿਵੇਂ ਪਹਿਲਾਂ ਬਾਕੀ ਖੇਤਰਾਂ ਸੀਗੇ ਜੀ। ਸੋ ਬੇਸਿਕਲੀ ਵਿਸ਼ਵਾਸ ਦੀ ਗੱਲ ਇਹ ਹੈ ਕਿ ਹਾਂ ਵੀ ਜਿਹੜਾ ਪੰਜਾਬੀਆਂ ਨੇ, ਜਿਹੜੇ ਭਾਰਤੀਆਂ ਨੇ ਚੰਗੀ ਤਰ੍ਹਾਂ ਆਪਣਾ ਵਿਸ਼ਵਾਸ ਬਣਾਇਆ ਹੋਇਆ ਉੱਥੋਂ ਦੀ ਆਮ ਜਨਤਾ ਦੇ ਵਿੱਚ, ਤਾਂ ਹੀ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਇੰਨੀ ਵੱਡੀ ਜਿੱਤ ਹਾਸਲ ਕਰਕੇ ਆਏ ਨੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜਿਹੜੇ ਨੰਬਰ ਨੇ ਉਹ ਹੋਰ ਅੱਗੇ ਜਾ ਕੇ ਵੱਧ ਸਕਦੇ ਨੇ। ਸੋ ਮੇਜਰ ਸਿੰਘ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਨੂੰ ਆਪਣਾ ਕੀਮਤੀ ਸਮਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਮਿਹਰਬਾਨੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ ਦੁਬਾਰਾ ਫਿਰ ਮੁਲਾਕਾਤ ਹੋਵੇਗੀ ਕਿਸੇ ਹੋਰ ਮੁੱਦੇ ਉੱਪਰ, ਤੇ ਨਾਲ ਹੋਣਗੇ ਸਾਡੇ ਨਾਲ ਕੋਈ ਹੋਰ ਮਾਹਰ। ਤਦ ਤੱਕ ਦਿਓ ਇਜਾਜ਼ਤ, ਧੰਨਵਾਦ।